ਸਿਮਰੋ ਅੰਗਦ ਦੁਖ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਾਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਦੋਹਰਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇਤ ਭਲੇ ਉਪਦੇਸ਼। ਨੰਦ ਸਿੰਘ ਸੰਗ ਨੰਦ ਸੁਨ ਇਹ ਮਗਲਖ ਦਰਵੇਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਮਹਾਰਾਜ ਜੀਆਂ ਦੇ ਕੋਲ ਪਤੀ ਪਤਨੀ ਚੱਲ ਕੇ ਆਏ। ਸਿੱਖ ਪਰਿਵਾਰ ਆਇਆ। ਬੇਨਤੀ ਕੀਤੀ, ਮਹਾਰਾਜ ਘਰ ਦੇ ਵਿੱਚ ਇੱਕ ਪੁੱਤਰ ਸਾਨੂੰ ਪ੍ਰਾਪਤ ਹੋਇਆ ਹੈ। ਅਸੀਂ ਆਪਣੇ ਪੁੱਤਰ ਦਾ ਵਿਆਹ ਕੀਤਾ ਹੈ, ਪਰ ਉਹ ਘਰ ਦੇ ਵਿੱਚ ਨਹੀਂ ਰਹਿੰਦਾ ਹੈ। ਉਹ ਆਖਦਾ ਮੈਂ ਸਾਧੂ ਬਣਨਾ, ਮੈਂ ਫਕੀਰ ਬਣ ਜਾਣਾ ਹੈ। ਆਪ ਜੀ ਕਿਰਪਾ ਕਰੋ ਸਾਡੇ ਬੱਚੇ ਦੇ ਉੱਪਰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਇਸ ਬੱਚੇ ਨੂੰ ਬੁਲਾਇਆ ਤੇ ਪੁੱਛਿਆ ਵੀ ਕਾਰਨ ਕੀ ਹੈ, ਤੂੰ ਕਿਉਂ ਫਕੀਰ ਸਾਧੂ ਬਣਨਾ ਚਾਹੁੰਦਾ? ਤੇ ਬੱਚੇ ਨੇ ਆਖਿਆ, ਮਹਾਰਾਜ ਤੁਹਾਡੀ ਬਾਣੀ ਇਹ ਗੱਲ ਕਹਿੰਦੀ ਹੈ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ। ਆਨੰਦ ਸਾਹਿਬ ਦੀ ਬਾਣੀ ਦਾ ਇਹ ਬਚਨ ਹੈ ਵੀ ਜਿਹੜਾ ਪਰਿਵਾਰ ਸੰਸਾਰ ਅਸੀਂ ਦੇਖਦੇ ਹਾਂ, ਇਹ ਮਰਨ ਵੇਲੇ ਨਾਲ ਨਹੀਂ ਤੁਰਦਾ ਹੈ। ਮੈਨੂੰ ਵੈਰਾਗ ਆ ਗਿਆ ਹੈ, ਜਿਹਨੇ ਨਾਲ ਨਹੀਂ ਜਾਣਾ ਉਹਦੇ ਨਾਲ ਫਿਰ ਮੈਂ ਕਿਉਂ ਜੁੜਾਂ। ਸਤਿਗੁਰਾਂ ਨੇ ਫਿਰ ਇੱਕ ਸਾਖੀ ਸੁਣਾਈ ਹੈ। ਕਹਿਣ ਲੱਗੇ ਸੰਤ ਬਣਨਾ, ਸਾਧ ਬਣਨਾ, ਗੱਲਾਂ ਦੇ ਨਾਲ ਤੇ ਸਾਰੇ ਹੀ ਬਣ ਜਾਂਦੇ, ਪਰ ਅਸਲੀ ਸਾਧੂ ਸੰਤੋਖੀ ਹੁੰਦਾ ਹੈ। ਫਿਰ ਇੱਕ ਸੰਤੋਖੀ ਸੰਤ ਦੀ ਕਹਾਣੀ ਸੁਣਾਈ ਹੈ ਵੀ ਇੱਕ ਕੁਟੀਆ ਦੇ ਵਿੱਚ ਸੰਤ ਰਹਿੰਦਾ। ਉਹਨੂੰ ਕੁਝ ਦਿਨ ਪ੍ਰਸ਼ਾਦਾ ਨਹੀਂ ਮਿਲਿਆ ਤੇ ਉਹ ਮੰਗਣ ਵਾਸਤੇ ਪਿੰਡ ਵਿੱਚ ਚਲਾ ਗਿਆ।
ਸ਼ਾਹੂਕਾਰ ਨੇ ਲੰਗਰ ਲਾਇਆ, ਸਾਰਿਆਂ ਨੇ ਛਕ ਲਿਆ, ਪਰ ਇਹ ਸੰਤ ਵਿਚਾਰਾ ਭੁੱਖੇ ਦਾ ਭੁੱਖਾ ਰਹਿ ਗਿਆ। ਆਪਣੇ ਘਰ ਆਪਣੀ ਕੁਟੀਆ ਵਿੱਚ ਆ ਗਿਆ। ਇੰਨੇ ਚਿਰ ਨੂੰ ਰਾਤ ਨੂੰ 2 ਦੈਂਤ ਆਏ। ਉਹਨਾਂ ਨੇ ਸੰਤ ਨੂੰ ਆਖਿਆ, ਤੂੰ ਸਾਨੂੰ ਸ਼ਾਹੂਕਾਰ ਦਾ ਘਰ ਦਿਖਾ ਦੇ, ਅਸੀਂ ਸ਼ਾਹੂਕਾਰ ਦੇ ਘਰ ਨੂੰ ਅੱਗ ਲਾ ਦਿਆਂਗੇ, ਕਿਉਂਕਿ ਤੇਰੇ ਵਰਗਾ ਸੰਤ ਸ਼ਾਹੂਕਾਰ ਦੇ ਘਰ ਵਿੱਚੋਂ ਭੁੱਖਾ ਆ ਗਿਆ, ਉਹਨੂੰ ਅਸੀਂ ਸਜ਼ਾ ਦਿੰਦੇ ਹਾਂ। ਇਹ ਗੱਲ ਸੁਣ ਕੇ ਉਹ ਜਿਹੜਾ ਸੰਤ ਹੈ ਨਾ, ਉਹਨੇ ਉਹਨਾਂ ਦੋਨਾਂ ਦੈਂਤਾਂ ਨੂੰ ਕੁੱਟਿਆ। ਕਹਿਣ ਲੱਗਾ, ਇਹਦੇ ਵਿੱਚ ਸ਼ਾਹੂਕਾਰ ਦਾ ਕੋਈ ਕਸੂਰ ਨਹੀਂ ਹੈ ਵੀ ਮੈਨੂੰ ਰੋਟੀ ਨਹੀਂ ਮਿਲੀ ਹੈ। ਮੇਰੇ ਕਰਮਾਂ ਵਿੱਚ ਰੱਬ ਨੇ ਲਿਖੀ ਨਹੀਂ ਹੈ। ਜਿੰਨਾ ਚਿਰ ਰੱਬ ਮੇਰੇ ਕਰਮਾਂ 'ਚ ਲਿਖੇ ਨਾ, ਸ਼ਾਹੂਕਾਰ ਮੈਨੂੰ ਕਿਵੇਂ ਦੇ ਸਕਦਾ। ਸਾਡੇ ਸਰੀਰ ਤੇ ਦੁੱਖ ਆ ਜਾਵੇ ਨਾ, ਮੁਸੀਬਤ ਆ ਜਾਵੇ, ਘਾਟਾ ਪਵੇ, ਅਸੀਂ ਸੋਚਦੇ ਹਾਂ ਵੀ ਇਹ ਘਾਟਾ ਸਾਨੂੰ ਫਲਾਣੇ ਬੰਦੇ ਨੇ ਪਾਇਆ ਹੈ। ਪਰ ਇਹ ਸਾਧੂ ਕਹਿਣ ਲੱਗਾ ਵੀ ਮੇਰੇ ਕਰਮਾਂ 'ਚ ਤੇ ਰੱਬ ਨੇ ਹੀ ਨਹੀਂ ਲਿਖਿਆ, ਇਹਦੇ ਵਿੱਚ ਰੱਬ ਦਾ ਵੀ ਕੋਈ ਕਸੂਰ ਨਹੀਂ ਹੈ। ਮੇਰੇ ਕਰਮ ਮਾੜੇ ਸਨ, ਮੈਂ ਚੰਗੇ ਕਰਮ ਕੀਤੇ ਹੁੰਦੇ, ਰੱਬ ਨੇ ਮੇਰੇ ਕਰਮਾਂ 'ਚ ਅੰਨ ਲਿਖਿਆ ਹੁੰਦਾ ਤੇ ਮੈਨੂੰ ਬੈਠਿਆਂ ਹੀ ਅੰਨ ਮਿਲ ਜਾਂਦਾ, ਮੈਨੂੰ ਨਹੀਂ ਮਿਲਿਆ। ਇਹਦਾ ਮਤਲਬ ਇਹ ਆ ਵੀ ਮੇਰੇ ਕਰਮ ਮਾੜੇ ਨੇ, ਕਿਸੇ ਦਾ ਕਸੂਰ ਨਹੀਂ ਹੈ। ਇਹਨੂੰ ਕਿਹਾ ਜਾਂਦਾ ਸੰਤ, ਇਹਨੂੰ ਕਿਹਾ ਜਾਂਦਾ ਸਾਧੂ। ਦੱਦਾ ਦੋਸ ਨਾ ਕਿ ਦਿਉ ਕਿਸੇ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨ। ਗੁਰਬਾਣੀ ਇਹ ਗੱਲ ਕਹਿੰਦੀ ਹੈ, ਤੇਰੇ ਕਰਮਾਂ ਦਾ ਦੋਸ਼ ਤੈਨੂੰ ਹੈ, ਕਿਸੇ ਨੂੰ ਨਾ ਦੇ। ਸਾਧੂ ਇਹ ਗੱਲ ਕਹਿੰਦਾ ਪਿਆ ਵੀ ਮੇਰੇ ਕਰਮਾਂ 'ਚ ਰੱਬ ਨੇ ਲਿਖਿਆ ਹੀ ਨਹੀਂ, ਨਹੀਂ ਲਿਖਿਆ ਤੇ ਨਹੀਂ ਮਿਲਿਆ। ਨਾ ਰੱਬ ਦਾ ਕੋਈ ਕਸੂਰ ਹੈ, ਨਾ ਸ਼ਾਹੂਕਾਰ ਦਾ ਕੋਈ ਕਸੂਰ ਹੈ, ਕਸੂਰ ਮੇਰਾ ਹੈ ਕਿ ਮੈਂ ਕਰਮਾਂ 'ਚ ਲਿਖਵਾਇਆ ਨਹੀਂ। ਇਹ ਮਹਾਰਾਜ ਨੇ ਸਮਝਾਇਆ ਹੈ ਵੀ ਸਾਧੂ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਹੁਣ ਅੱਜ ਆਪਾਂ ਇਹ ਗੱਲ ਸਰਵਣ ਕਰਾਂਗੇ, ਗ੍ਰਸਤੀ ਕਿਹਨੂੰ ਕਹਿੰਦੇ, ਪਰਿਵਾਰ ਵਾਲਾ ਕਿਹਨੂੰ ਕਹਿੰਦੇ, ਜਾਂ ਜਿਹੜਾ ਬੰਦਾ ਪਰਿਵਾਰ ਵਿੱਚ ਬੱਚਿਆਂ ਵਿੱਚ ਰਹਿ ਰਿਹਾ ਹੈ, ਉਹਦਾ ਧਰਮ ਕੀ ਹੁੰਦਾ ਹੈ। ਅੱਜ ਦੀ ਸਾਖੀ ਵਿੱਚ ਆਪਾਂ ਉਹ ਸਰਵਣ ਕਰਾਂਗੇ। ਸਾਧੂ ਦਾ ਜੀਵਨ ਕੀ ਹੈ ਉਹ ਆਪਾਂ ਸਰਵਣ ਕਰ ਲਿਆ। ਇੱਕ ਪਰਿਵਾਰ ਵਾਲੇ ਗ੍ਰਸਤੀ ਬੰਦੇ ਦਾ ਜੀਵਨ ਫਰਜ਼ ਕੀ ਹੈ ਉਹ ਆਪਾਂ ਹੁਣ ਸਰਵਣ ਕਰਦੇ ਹਾਂ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ। ਗੁਰੂ ਕੀ ਸੰਗਤ ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇਤ ਭਲੇ ਉਪਦੇਸ਼। ਮਹਾਰਾਜ ਸਾਹਿਬ ਜੀ ਬੜਾ ਚੰਗਾ ਉਪਦੇਸ਼ ਕੱਲਾ ਉਸ ਲੜਕੇ ਨੂੰ ਨਹੀਂ ਦਿੱਤਾ ਹੈ, ਆਪਾਂ ਸਾਰਿਆਂ ਨੂੰ ਇਹ ਉਪਦੇਸ਼ ਜਿਹੜਾ ਮਹਾਰਾਜ ਬਖਸ਼ਦੇ ਹਨ। ਨੰਦ ਸਿੰਘ ਸੰਗ ਨੰਦ ਸੁਨ ਇਹ ਮਗਲਕ ਦਰਵੇਸ਼। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਆਨੰਦ, ਉਹ ਬੱਚੇ ਦਾ ਨਾਮ ਹੈ ਆਨੰਦ। ਸਤਿਗੁਰੂ ਕਹਿਣ ਲੱਗੇ ਭਾਈ ਆਨੰਦ ਬਚਨ ਸੁਣ ਧਿਆਨ ਦੇ ਨਾਲ ਕਿ ਇਹ ਤੈਨੂੰ ਮਗ ਲੱਖ, ਇਹ ਸਾਧੂਆਂ ਦਾ ਰਸਤਾ ਤੈਨੂੰ ਦੱਸਿਆ ਵੀ ਸਾਧੂ ਕਿਸ ਤਰ੍ਹਾਂ ਦਾ ਹੁੰਦਾ ਹੈ। ਇਹ ਆਪਾਂ 2 ਦਿਨਾਂ ਤੋਂ ਇਹ ਸਾਖੀ 3 ਦਿਨਾਂ ਤੋਂ ਸਰਵਣ ਕਰ ਰਹੇ ਹਾਂ ਵੀ ਅਸੀਂ ਤੈਨੂੰ ਦੱਸਿਆ ਵੀ ਸਾਧੂ ਕਿਹਨੂੰ ਕਹਿੰਦੇ ਨੇ। ਹੁਣ ਅੱਗੇ ਬਚਨ ਕਰਦੇ ਹਨ। ਇਹ ਬਿਰਕਤ ਹੋਣ ਕੀ ਚਿਤ ਮਹਿ ਤੋਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜਾ ਬਰਕਤ ਹੋਣਾ ਹੈ, ਬਰਕਤ ਤੋਂ ਭਾਵ ਹੁੰਦਾ ਸੰਸਾਰ ਦੀ ਮੋਹ ਮਮਤਾ ਤੋਂ ਪਰੇ ਹੋ ਜਾਣਾ, ਕਿਸੇ ਤਰ੍ਹਾਂ ਦੀ ਕੋਈ ਖੁਆਇਸ਼ ਨਾ ਰਹਿ ਜਾਣੀ, ਇੱਛਾ ਨਾ ਰਹਿ ਜਾਣੀ। ਮਹਾਰਾਜ ਕਹਿੰਦੇ ਜੇ ਤੇਰੇ ਚਿੱਤ ਦੇ ਵਿੱਚ ਬਰਕਤ ਹੋਣ ਦੀ ਇੱਛਾ ਹੈ ਤੋ ਇਮ ਬਨੋ ਨਾ ਕੋਏ ਬਹੋਰੇ, ਤੇ ਫਿਰ ਇਸ ਤਰ੍ਹਾਂ ਦਾ ਬਣ ਜਿਵੇਂ ਦਾ ਤੈਨੂੰ ਦੱਸਿਆ। ਜੇ ਤੇਰਾ ਮਨ ਕਰਦਾ ਨਾ ਵੀ ਮੈਂ ਘਰ ਪਰਿਵਾਰ 'ਚ ਨਹੀਂ ਰਹਿਣਾ, ਮੈਂ ਸਾਧੂ ਹੀ ਬਣਨਾ, ਮਹਾਰਾਜ ਕਹਿੰਦੇ ਬਣ ਜਾ ਸਾਧੂ, ਪਰ ਸਾਧੂ ਬਣ ਇਹਦੇ ਵਰਗਾ। ਰੋਟੀ ਕਰਮਾਂ 'ਚ ਲਿਖੀ ਹੈ ਤੇ ਛਕ ਲਈ ਹੈ, ਨਹੀਂ ਲਿਖੀ ਤੇ ਨਹੀਂ ਮਿਲੀ, ਇਹਦਾ ਮਤਲਬ ਇਹ ਹੈ ਮੇਰੇ ਕਰਮਾਂ 'ਚ ਨਹੀਂ ਲਿਖੀ। ਪਰ ਕਿਸੇ ਨੂੰ ਦੋਸ਼ ਨਹੀਂ ਦੇਣਾ ਕਿ ਫਲਾਣੇ ਬੰਦੇ ਨੇ ਮੇਰੀ ਰੋਜੀ ਰੋਟੀ ਮੈਨੂੰ ਦਿੱਤੀ ਨਹੀਂ ਹੈ। ਜੇ ਤੇ ਬਣਨਾ ਸਾਧੂ ਤੇ ਫਿਰ ਇਸ ਤਰ੍ਹਾਂ ਦਾ ਬਣ ਜਿਹੜਾ ਤੈਨੂੰ ਦੱਸਿਆ ਹੈ। ਗ੍ਰਸਤ ਪੰਥ ਦੂਸਰ ਲਖ ਲੀਜੈ। ਇਸ ਨੇ ਆਖਿਆ ਮਹਾਰਾਜ ਇਹਦੇ ਵਿੱਚ ਹੋਰ ਉਪਦੇਸ਼ ਬਖਸ਼ੋ। ਸਤਿਗੁਰੂ ਕਹਿਣ ਲੱਗੇ ਦੂਜੀ ਤੈਨੂੰ ਸਾਖੀ ਇੱਕ ਹੋਰ ਸੁਣਾਉਂਦੇ ਆ ਗ੍ਰਸਤੀ ਬੰਦੇ ਦੀ।
ਜਿਹਨੂੰ ਆਪਾਂ ਕਹਿ ਦਿੰਦੇ ਆ ਪਰਿਵਾਰ ਵਾਲਾ, ਕਬੀਲਦਾਰ, ਬੱਚਿਆਂ ਵਾਲਾ। ਜੇ ਤੇਰਾ ਮਨ ਕਰਦਾ ਹੈ ਕਿ ਮੈਂ ਪਰਿਵਾਰ ਵਾਲਾ ਬਣਾ, ਤੇ ਫਿਰ ਉਹਦੇ ਬਾਰੇ ਵੀ ਅਸੀਂ ਤੈਨੂੰ ਦੱਸਦੇ ਹਾਂ। ਜੇ ਕਰਬੋ ਹੋਏ ਸਕਲ ਸੁਨੀਜੈ। ਤੇ ਜੇ ਉਸ ਤਰ੍ਹਾਂ ਕਰਨਾ ਚਾਹਣਾ, ਪਰਿਵਾਰ ਵਿੱਚ ਰਹਿਣਾ ਚਾਹਣਾ, ਬੱਚਿਆਂ ਵਿੱਚ ਰਹਿਣਾ ਚਾਹਣਾ, ਮੁਕਤੀ ਇਹਦੇ ਵਿੱਚ ਵੀ ਮਿਲੇਗੀ। ਪਰ ਉਹਦੇ ਵੀ ਕੋਈ ਫਰਜ਼ ਹੁੰਦੇ ਨੇ, ਗ੍ਰਸਤੀ ਦਾ ਵੀ ਕੋਈ ਫਰਜ਼ ਹੁੰਦਾ ਦੁਨੀਆ ਦੇ ਵਿੱਚ। ਕੀ ਫਰਜ਼ ਹੈ ਉਹ ਤੈਨੂੰ ਦੱਸਦੇ ਹਾਂ। ਜੇ ਕਰਬ ਹੋਏ ਸਕਲ ਸੁਨੀਜੈ। ਅਤੇ ਜੇ ਕਰਨਾ ਚਾਹੁੰਦੇ ਹੋ ਤੇ ਫਿਰ ਸਾਰੀ ਇਹ ਵਾਰਤਾ, ਇਹ ਬਚਨ ਸੁਣਨਾ ਕਰੋ। ਸ਼੍ਰੀ ਮੁਖ ਵਾਕ ਨਕ ਨਥ ਖਸਮ ਹੱਥ ਕਿਰਤ ਧੱਕੇ ਦੇ। ਮਹਾਰਾਜ ਦੀ ਬਾਣੀ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਇਹ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸਤਿਗੁਰੂ ਕਹਿਣ ਲੱਗੇ ਨੱਕ ਨੱਥ। ਪਰਮਾਤਮਾ ਨੇ ਸਾਡੇ ਨੱਕ ਦੇ ਵਿੱਚ ਹੁਕਮ ਰੂਪੀ ਨੱਥ ਪਾਈ ਹੋਈ ਹੈ। ਨੱਥ ਪਾਈ ਜਾਵੇ ਤੇ ਨੱਥ ਤੋਂ ਫੜਿਆ ਜਾਵੇ, ਤੇ ਜਿਹਦੇ ਨੱਥ ਪਈ ਹੈ ਨਾ ਉਹ ਗੁਲਾਮ ਹੋ ਜਾਂਦਾ। ਤੇਰੇ ਇਹ ਜਿਹੜਾ ਨੱਕ ਹੈ, ਜਾਂ ਕਹਿ ਲਈਏ ਤੇਰੇ ਕਰਮਾਂ ਦੇ ਉੱਪਰ ਪਰਮਾਤਮਾ ਨੇ ਹੁਕਮ ਰੂਪੀ ਨੱਥ ਪਾਈ ਹੋਈ ਹੈ। ਕਿਰਤ ਧੱਕੇ ਦੇ। ਜਿੱਥੇ ਜਿੱਥੇ ਤੇਰੀ ਕਿਰਤ ਲਿਖੀ ਹੈ, ਪ੍ਰਸ਼ਾਦਾ ਲਿਖਿਆ, ਤੇਰੇ ਕਰਮਾਂ 'ਚ ਨੌਕਰੀ ਲਿਖੀ ਹੈ, ਤੇਰੇ ਕਰਮਾਂ 'ਚ ਅੰਨ ਲਿਖਿਆ ਹੈ, ਉਥੋਂ ਉਥੋਂ ਦੇ ਧੱਕੇ ਤੋਂ ਭਾਵ ਕਿ ਉੱਥੇ ਉੱਥੇ ਜਾਣਾ ਪੈਂਦਾ ਹੈ ਆਪਣੇ ਕਰਮ ਦੇ ਦਾਣੇ ਛਕਣ ਵਾਸਤੇ। ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਮਹਾਰਾਜ ਕਹਿੰਦੇ ਜਿੱਥੇ ਦਾਣੇ ਲਿਖੇ ਨੇ, ਪ੍ਰਸ਼ਾਦਾ ਲਿਖਿਆ, ਦੇਸ਼ ਵਿੱਚ ਲਿਖਿਆ ਕਿ ਵਿਦੇਸ਼ ਵਿੱਚ ਲਿਖਿਆ ਹੈ, ਨੇੜੇ ਲਿਖਿਆ ਕਿ ਦੂਰ ਲਿਖਿਆ ਹੈ, ਜਿੱਥੇ ਭੋਜਨ ਲਿਖਿਆ ਉਥੇ ਛਕਣ ਵਾਸਤੇ ਮਨੁੱਖ ਪਹੁੰਚਦਾ ਹੈ। ਭਾਣਾ ਮੰਨੇ ਹੁਕਮ ਰਜ਼ਾਏ। ਇਸ ਕਰਕੇ ਪਰਮਾਤਮਾ ਦਾ ਭਾਣਾ ਮੰਨਣਾ, ਉਹਦੀ ਰਜ਼ਾ ਵਿੱਚ ਰਹਿਣਾ, ਇਹ ਮਨੁੱਖ ਦਾ ਕੰਮ ਹੈ। ਇਹ ਗੁਰਬਾਣੀ ਦੀ ਪੰਕਤੀ ਨਹੀਂ ਹੈ, ਇਹ ਆਮ ਬਣਾਇਆ ਹੋਇਆ ਇੱਕ ਸ਼ਲੋਕ ਹੈ ਆਮ ਲੋਕਾਂ ਦੇ ਵੱਲੋਂ। ਭਾਣਾ ਮੰਨੇ ਹੁਕਮ ਰਜਾਏ। ਜਿਹੜਾ ਭਾਣਾ ਮੰਨਦਾ ਹੈ, ਹੁਕਮ ਦੇ ਵਿੱਚ ਰਹਿੰਦਾ ਹੈ, ਉਹ ਸਫਲਾ ਹੈ। ਇਹਦੇ ਨਾਲ ਦਾ ਹੀ ਸ਼ਲੋਕ ਗੁਰਬਾਣੀ ਵਿੱਚ ਵੀ ਮਹਾਰਾਜ ਸਾਹਿਬ ਜੀ ਨੇ ਲਿਖਿਆ, ਭਾਣਾ ਮੰਨੇ ਸੋ ਸੁਖ ਪਾਏ, ਜਾਂ ਬਚਨ ਆਉਂਦਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਗੁਰਬਾਣੀ ਦਾ ਮਹਾਵਾਕ ਹੈ ਕਿ ਭਾਣੇ ਦੇ ਵਿੱਚ, ਰਜਾ ਦੇ ਵਿੱਚ ਰਹਿਣਾ ਕਰੇ। ਆਪੇ ਪੱਟੀ ਕਲਮੇ ਆਪ ਲਿਖਣ ਹਾਰਾ ਆਪ। ਉਹ ਪ੍ਰਮਾਤਮਾ ਪੱਟੀ ਵੀ ਆਪ ਹੈ। ਪੱਟੀ ਕਹੀਏ ਫੱਟੀ, ਉਹ ਫੱਟੀ ਵੀ ਆਪ ਹੈ। ਉਹ ਪ੍ਰਮਾਤਮਾ ਕਲਮ ਵੀ ਆਪ ਹੈ, ਤੇ ਲਿਖਣ ਵਾਲਾ ਵੀ ਉਹ ਪ੍ਰਮਾਤਮਾ ਆਪ ਹੈ। ਦੂਜਾ ਹੋਏ ਤਾਂ ਆਖੀਐ ਸਭ ਘਟ ਰਹਿਆ ਬਿਆਪ। ਭਾਈ ਉਹਦੇ ਤੋਂ ਬਿਨਾ ਕੋਈ ਦੂਜਾ ਹੋਵੇ ਤੇ ਤਾਂ ਕਹੀਏ ਨਾ, ਆਪਾਂ ਆਖੀਏ ਫੱਟੀ ਕਿਸੇ ਨੇ ਲਿਆਂਦੀ ਹੈ, ਕਲਮ ਕੋਈ ਹੈ, ਲਿਖਣ ਵਾਲਾ ਕੋਈ ਹੈ, ਫਿਰ ਤੇ ਆਪਾਂ ਦੋਸ਼ ਦਈਏ, ਕਦੇ ਫੱਟੀ ਨੂੰ ਦੋਸ਼ ਦੇ ਦਈਏ, ਕਦੇ ਕਲਮ ਨੂੰ ਲਿਖੀਏ ਵੀ ਲਿਖਣਾ ਹੋਰ ਹੈ, ਕਲਮ ਨੇ ਕੁਝ ਹੋਰ ਲਿਖ ਦਿੱਤਾ ਹੈ। ਜਾਂ ਲਿਖਣ ਵਾਲਾ ਮੁਨਸ਼ੀ ਹੋਰ ਹੋਵੇ ਤਾਂ ਆਖੀਏ ਵੀ ਲਿਖਣ ਵਾਲਾ ਲਿਖਾਰੀ ਕੋਈ ਹੋਰ ਹੈ, ਫਿਰ ਤੇ ਆਪਾਂ ਕਿਸੇ ਨੂੰ ਦੋਸ਼ ਦਈਏ। ਪਰ ਮਹਾਰਾਜ ਕਹਿਣ ਲੱਗੇ ਦੋਸ਼ ਦਾ ਤੇ ਬਣਦਾ ਹੀ ਨਹੀਂ ਕਹਿਣਾ, ਕਿਉਂਕਿ ਫੱਟੀ ਵੀ ਉਹ ਪਰਮਾਤਮਾ ਆਪ ਹੈ, ਉਹ ਕਲਮ ਵੀ ਆਪ ਹੀ ਹੈ, ਅਤੇ ਲਿਖਾਰੀ ਵੀ ਉਹ ਆਪ ਹੈ। ਇੱਕ ਉਹ ਦੂਜਾ ਹੋਏ ਤਾਂ ਆਖੀਏ, ਉਹਦੇ ਬਿਨਾ ਕੋਈ ਦੂਜਾ ਹੋਵੇ ਤੇ ਤਾਂ ਕਹੀਏ ਨਾ ਵੀ ਦੂਜਾ ਕੋਈ ਹੈ। ਮਹਾਰਾਜ ਕਹਿਣ ਲੱਗੇ ਸਭ ਘਟ ਰਹਿਆ ਵਿਆਪ, ਉਹ ਸਾਰਿਆਂ ਵਿੱਚ ਵਿਆਪਿਆ ਹੋਇਆ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸ਼ਲੋਕ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸ਼ਲੋਕ ਹੈ, ਆਪੇ ਪੱਟੀ ਕਲਮ ਆਪ, ਉੱਪਰ ਲੇਖ ਭੇ ਤੂੰ, ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ। ਦੂਜਾ ਕਾਹੇ ਸਿਮਰਿਐ ਜੋ ਜੰਮੈ ਤੇ ਮਰ ਜਾਏ, ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਏ। ਇਹ ਗੁਰਬਾਣੀ ਦਾ ਸ਼ਲੋਕ ਹੈ। ਅਰਥ ਉਹੀ ਹੈ ਜਿਹੜਾ ਆਪਾਂ ਪਹਿਲਾਂ ਸਰਵਨ ਕਰ ਲਿਆ। ਪਰਮਾਤਮਾ ਪੱਟੀ ਵੀ ਆਪ ਹੈ, ਕਲਮ ਵੀ ਆਪ ਹੈ, ਲਿਖਣ ਵਾਲਾ ਲਿਖਾਰੀ ਵੀ ਆਪ ਹੈ, ਉਹਦੇ ਬਿਨਾ ਕੋਈ ਦੂਜਾ ਨਹੀਂ ਹੈ। ਤੇ ਫਿਰ ਕਿਹਨੂੰ ਕਹੀਏ, ਫਿਰ ਦੋਸ਼ ਕਿਹਨੂੰ ਦਈਏ ਵੀ ਫਲਾਣੇ ਦਾ ਇਹਦੇ ਵਿੱਚ ਦੋਸ਼ ਹੈ? ਨਹੀਂ, ਦੋਸ਼ ਕਿਸੇ ਦਾ ਨਹੀਂ ਹੈ, ਦੋਸ਼ ਕਰਮਾਂ ਆਪਣੇ। ਦੋਸ਼ ਕੇਵਲ ਤੇ ਕੇਵਲ ਤੇਰੇ ਆਪਣੇ ਕਰਮਾਂ ਦਾ ਹੈ। ਮਹਾਰਾਜ ਬਖਸ਼ਦੇ ਹਨ। ਚੌਪਈ ਸੁਣ ਸਿੱਖ ਸੁੱਤ ਸਤਿਗੁਰ ਕਹਿ ਤੈਸੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਐ ਸਿੱਖ ਪੁੱਤਰ ਸੁਣ, ਤੈਨੂੰ ਗੁਰੂ ਬਚਨ ਦੱਸਦੇ ਹਨ। ਗ੍ਰਸਤੀ ਹੋਣ ਤਾਂ ਹੋਈਐ ਐਸੀ। ਜੇ ਤੂੰ ਗ੍ਰਸਤੀ ਬਣਨਾ ਹੈ, ਪਹਿਲਾਂ ਆਪਾਂ ਸਾਖੀ ਸਰਵਨ ਕਰ ਲਈ ਆ ਵੀ ਸਾਧੂ ਕਿਸ ਤਰ੍ਹਾਂ ਦਾ ਹੁੰਦਾ। ਹੁਣ ਬਚਨ ਆ ਗਿਆ ਵੀ ਗ੍ਰਸਤੀ ਕਿਸ ਤਰ੍ਹਾਂ ਦਾ ਹੁੰਦਾ। ਜੇ ਤੂੰ ਗ੍ਰਸਤੀ ਬਣਨਾ, ਪਰਿਵਾਰ ਵਾਲਾ ਬਣਨਾ, ਤੇ ਫਿਰ ਕਿਸ ਤਰ੍ਹਾਂ ਦਾ ਹੋਵੇਗਾ ਗ੍ਰਸਤੀ, ਉਹ ਤੈਨੂੰ ਦੱਸਦੇ ਹਾਂ। ਸਗਨ ਸ਼ਾਵ ਤਰ ਬਨ ਮੈਂ ਆਹ। ਕਹਿਣ ਲੱਗੇ ਇੱਕ ਸਾਖੀ ਇੱਥੇ ਨਵੀਂ ਸ਼ੁਰੂ ਹੁੰਦੀ ਹੈ। ਸਾਖੀ ਪਹਿਲਾਂ ਮਹਾਰਾਜ ਸੁਣਾਉਣਗੇ ਤਾਂ ਕਿ ਸਾਨੂੰ ਸਮਝ ਪੈ ਜਾਵੇ। ਜੰਗਲ ਦੇ ਵਿੱਚ ਇੱਕ ਬੜਾ ਵੱਡਾ ਸੰਘਣਾ ਰੁੱਖ ਹੈ।
ਗੁਰਮੁਖੋ ਸਾਖੀ ਬੜੇ ਧਿਆਨ ਨਾਲ ਸੁਣਨ ਵਾਲੀ ਹੈ। ਜਿੰਨੇ ਆਪਾਂ ਸਰੀਰ ਬੈਠੇ ਆ ਨਾ, ਆਪਣਾ ਧਿਆਨ ਟਿਕਾ ਕੇ ਬੈਠਾਂਗੇ, ਸਾਖੀ ਸਮਝ ਪੈ ਜਾਏਗੀ। ਮਹਾਰਾਜ ਨੇ ਇੱਕ ਸਾਖੀ ਕਹਾਣੀ ਸੁਣਾਈ। ਕਹਿਣ ਲੱਗੇ ਵੀ ਇੱਕ ਜੰਗਲ ਹੈ, ਉਹਦੇ ਵਿੱਚ ਇੱਕ ਬੜਾ ਸੰਘਣਾ ਵੱਡਾ ਰੁੱਖ ਹੈ। ਰਹਿਤ ਕਪੋਤ ਕਪੋਤੀ ਤਹਾਂ। ਉਸ ਰੁੱਖ ਦੇ ਉੱਪਰ ਇੱਕ ਕਬੂਤਰ ਤੇ ਇੱਕ ਕਬੂਤਰ ਦੀ ਘਰ ਵਾਲੀ, ਕਬੂਤਰ ਤੇ ਕਬੂਤਰੀ, ਦੋ ਪੰਛੀ ਉਹਦੇ ਉੱਪਰ ਰਹਿੰਦੇ ਨੇ। ਆਪਣਾ ਆਲਣਾ ਪਾ ਕੇ ਘਰ ਬਣਾ ਕੇ ਰਹਿੰਦੇ ਹਨ। ਬਦ ਨਿਡੀਐ ਉਸ ਬਸੈ ਸੁਖਾਰੇ। ਪਰ ਗੁਰਮੁਖੋ ਬਿੱਧ ਜਿਹੜੀ ਹੈ ਨਾ, ਉਹ ਇਹ ਹੈ ਵੀ ਉਹਨਾਂ ਨੂੰ ਡਰ ਕੋਈ ਨਹੀਂ ਹੈ। ਕਬੂਤਰ ਤੇ ਕਬੂਤਰੀ ਨੂੰ ਡਰ ਨਹੀਂ ਕਿਸੇ ਦਾ, ਕਿਉਂਕਿ ਰੁੱਖ ਨੇ ਕਿਹੜਾ ਉਹਨਾਂ ਨੂੰ ਕੁਝ ਕਹਿਣਾ। ਭਾਵੇਂ ਉਹ ਆਲਣਾ ਬਣਾ ਲੈਣ, ਭਾਵੇਂ ਉੱਤੇ ਬੈਠ ਜਾਣ, ਉੱਡ ਜਾਣ, ਜਦੋਂ ਮਰਜ਼ੀ ਆ ਜਾਣ, ਰਾਤ ਦਿਨੇ। ਰੁੱਖ ਨੇ ਕਦੇ ਨਹੀਂ ਆਖਿਆ ਹੈ। ਸਾਡੇ ਘਰ ਦੇ ਵਿੱਚ ਕੋਈ ਵਿਅਕਤੀ ਰਾਤ ਨੂੰ ਆ ਕੇ ਕੋਈ ਦਰਵਾਜ਼ਾ ਖੜਕਾਏ, ਅਸੀਂ ਗੁੱਸਾ ਕਰਦੇ ਕਿਉਂ ਆਇਆ। ਰੁੱਖ ਦੇ ਉੱਪਰ ਪੰਛੀ ਬੈਠਦਾ, ਪੰਛੀ ਰਾਤ ਨੂੰ ਉੱਡ ਜਾਏ, ਰਾਤ ਨੂੰ ਆ ਕੇ ਬਹਿ ਜਾਏ, ਕਦੇ ਰੁੱਖ ਨੇ ਗੁੱਸਾ ਨਹੀਂ ਕੀਤਾ ਵੀ ਕਿਉਂ ਬੈਠਾ। ਕਿਉਂਕਿ ਰੁੱਖ ਵਿੱਚ ਸਹਿਨਸ਼ੀਲਤਾ ਹੈ, ਉਹਦਾ ਸੁਭਾਅ ਹੈ ਪਰਉਪਕਾਰੀ। ਕਹਿਣ ਲੱਗੇ ਵੀ ਉਹ ਦੋ ਪੰਛੀ, ਕਬੂਤਰ ਤੇ ਕਬੂਤਰੀ, ਉਸ ਰੁੱਖ ਦੇ ਉੱਪਰ ਰਹਿੰਦੇ ਹਨ। ਬਚੇ ਬਚੀ ਜਣ ਕਰ ਪ੍ਰਤਪਾਰੇ। ਇੱਥੇ ਇਹਨਾਂ ਦੋਨਾਂ ਨੇ ਬੱਚੇ ਦਿੱਤੇ, ਆਂਡੇ ਦਿੱਤੇ। ਕਬੂਤਰੀ ਨੇ ਆਂਡਿਆਂ ਤੋਂ ਅੱਗੇ ਬੱਚੇ ਪੈਦਾ ਹੋ ਗਏ। ਬੱਚੇ ਵੀ ਘੋਂਸਲੇ ਦੇ ਵਿੱਚ, ਜਿੱਥੇ ਆਲਣਾ ਬਣਾਇਆ, ਬੱਚੇ ਵੀ ਉਸੇ ਰੁੱਖ ਦੇ ਉੱਪਰ ਆਲਣੇ ਦੇ ਵਿੱਚ ਪਲਦੇ ਪਏ। ਤੇ ਕਬੂਤਰ ਤੇ ਕਬੂਤਰੀ ਆਪਣੇ ਬੱਚਿਆਂ ਨੂੰ ਪਾਲਦੇ ਹਨ। ਬਰਖਤ ਝਰੀ ਲੱਗੀ ਇੱਕ ਵਾਰੀ। ਇੱਕ ਦਿਨ ਕੀ ਹੋਇਆ, ਬਹੁਤ ਜ਼ਿਆਦਾ ਮੀਂਹ ਪਿਆ। ਮੀਂਹ ਪੈਣ ਦੇ ਨਾਲ ਠੰਡੀ ਹਵਾ ਚੱਲਦੀ ਹੈ, ਬਹੁਤ ਜ਼ਿਆਦੀ ਬਰਸਾਤ ਹੋਈ ਹੈ। ਆਇਓ ਬਦਕ ਲੀਏ ਕਰ ਜਾਰੀ। ਕਹਿਣ ਲੱਗੇ ਇੰਨੇ ਚਿਰ ਨੂੰ ਇੱਕ ਸ਼ਿਕਾਰੀ ਆ ਗਿਆ। ਕੋਈ ਸ਼ਿਕਾਰੀ ਜੰਗਲ ਵਿੱਚ ਸ਼ਿਕਾਰ ਖੇਡਦਾ, ਉਹਨੇ ਹੱਥ ਵਿੱਚ ਜਾਲ ਫੜਿਆ ਹੋਇਆ। ਮੈਨੂੰ ਕੋਈ ਹਿਰਨ ਮਿਲ ਜਾਵੇ, ਕੋਈ ਖਰਗੋਸ਼ ਮਿਲ ਜਾਏ, ਕੋਈ ਪੰਛੀ ਮਿਲ ਜਾਏ, ਮੈਂ ਜਾਲ ਸੁੱਟਾਂ ਤੇ ਫੜ ਲਵਾਂ ਤੇ ਫੜ ਕੇ ਖਾ ਜਾਵਾਂ। ਰੁੱਖ ਦੇ ਉੱਪਰ ਇਹ ਕਬੂਤਰ ਤੇ ਕਬੂਤਰੀ ਬੱਚਿਆਂ ਦੇ ਸਮੇਤ ਰਹਿ ਰਹੇ ਨੇ। ਇੰਨੇ ਚਿਰ ਨੂੰ ਇੱਕ ਸ਼ਿਕਾਰੀ ਆ ਗਿਆ, ਉਹਨੇ ਹੱਥ ਵਿੱਚ ਜਾਲ ਫੜਿਆ ਹੋਇਆ ਹੈ। ਵਿਹੰਗ ਨ ਹਤਿਓ ਨਹਿ ਕਿਤ ਪਾਇਓ। ਤੇ ਕਹਿਣ ਲੱਗੇ ਉਹਨੂੰ ਰਸਤੇ ਵਿੱਚ ਕੋਈ ਵੀ ਜਾਨਵਰ ਨਹੀਂ ਮਿਲਿਆ, ਨਾ ਕੋਈ ਪੰਛੀ ਮਿਲਿਆ, ਨਾ ਕੋਈ ਜਾਨਵਰ ਮਿਲਿਆ। ਲੱਭਦਾ ਤੇ ਪਿਆ ਵੀ ਕੋਈ ਲੱਭੇ ਤੇ ਮੈਂ ਕਿਸੇ ਜਾਨਵਰ ਦਾ ਸ਼ਿਕਾਰ ਕਰਾਂ, ਪਰ ਕਹਿਣ ਲੱਗੇ ਨਾ ਕੋਈ ਲੱਭਿਆ ਤੇ ਨਾ ਇਹਨੇ ਸ਼ਿਕਾਰ ਕੀਤਾ। ਭ੍ਰਮਤ ਸ਼ੂਕਸ਼ਾ ਤਹਿ ਆਇਓ। ਸਾਰੇ ਜੰਗਲ ਵਿੱਚ ਫਿਰਦਿਆਂ ਇਹ ਉੱਥੇ ਆ ਗਿਆ ਜਿਸ ਰੁੱਖ ਦੇ ਉੱਪਰ ਕਬੂਤਰ ਤੇ ਕਬੂਤਰੀ ਰਹਿੰਦੇ। ਸਾਰੇ ਜੰਗਲ ਦਾ ਚੱਕਰ ਕੱਟ ਕੇ ਘੁੰਮਦਾ ਫਿਰਦਾ ਰਿਹਾ, ਸ਼ਿਕਾਰ ਨਹੀਂ ਮਿਲਿਆ। ਖਾਲੀ ਹੱਥੀਂ ਕਹਿਣ ਲੱਗੇ ਉਸ ਰੁੱਖ ਦੇ ਕੋਲ ਆ ਗਿਆ ਹੈ। ਕੰਪਤ ਸ਼ੀਤ ਲਗੇ ਜਲ ਬਾਉ। ਪਰ ਗੁਰਮੁਖੋ ਕਹਿਣ ਲੱਗੇ ਇਹਨੂੰ ਠੰਡੀ ਹਵਾ ਲੱਗਣ ਦੇ ਨਾਲ ਨਾ ਮੀਂਹ ਪੈਣ ਲੱਗ ਪਿਆ। ਮੀਂਹ ਦੇ ਨਾਲ ਠੰਡੀ ਹਵਾ ਚੱਲ ਪਈ। ਇਹ ਸ਼ਿਕਾਰੀ ਭਿੱਜ ਗਿਆ ਠੰਡ ਦੇ ਨਾਲ ਤੇ ਇਹਦਾ ਸਰੀਰ ਕੰਬਣ ਲੱਗ ਪਿਆ। ਮੰਨ ਲਓ ਕਾਂਬਾ ਛਿੜ ਗਿਆ, ਠੰਡ ਲੱਗ ਗਈ ਹੈ, ਕੋਲ ਕੋਈ ਮੋਟਾ ਕੱਪੜਾ ਨਹੀਂ ਲੈਣ ਵਾਸਤੇ, ਤੇ ਕਹਿਣ ਲੱਗੇ ਇਹ ਕੰਬਦਾ ਪਿਆ ਹੈ। ਤਿਸ ਤਰ ਤਰੇ ਰਹਿਓ ਠਹਿਰਾਓ। ਜਿਸ ਰੁੱਖ ਦੇ ਉੱਪਰ ਕਬੂਤਰ ਤੇ ਕਬੂਤਰੀ ਰਹਿੰਦੇ, ਉਸ ਰੁੱਖ ਦੇ ਥੱਲੇ ਆ ਕੇ ਸ਼ਿਕਾਰੀ ਬੈਠ ਗਿਆ। ਹੱਥੋਂ ਵੀ ਖਾਲੀ ਹੈ, ਸ਼ਿਕਾਰ ਕੋਲ ਨਹੀਂ, ਤੇ ਠੰਡ ਵੀ ਲੱਗ ਚੁੱਕੀ ਹੈ, ਸਰੀਰ ਵੀ ਕੰਬਦਾ ਪਿਆ। ਰੁੱਖ ਦੇ ਥੱਲੇ ਆ ਕੇ ਮੁੱਢ ਦੇ ਨਾਲ ਬੈਠਾ ਹੈ। ਰਾਤ ਭਈ ਪਰ ਭੂਲਿਓ ਰਾਹੂ। ਕਹਿਣ ਲੱਗੇ ਇਹਦੇ ਚਿਰ ਨੂੰ ਰਾਤ ਪੈ ਗਈ, ਉਹਨੂੰ ਰਾਹ ਭੁੱਲ ਗਿਆ ਵੀ ਜਾਵਾਂ ਕਿੱਧਰ ਨੂੰ। ਪਹਿਲਾਂ ਤੇ ਸਵੇਰ ਵੇਲੇ ਆ ਗਿਆ, ਰਸਤਾ ਲੱਭਦਾ ਪਿਆ ਸੀ। ਰਾਤ ਦੇ ਹਨੇਰੇ ਵਿੱਚ ਦਿਸ਼ਾ ਭਰਮ ਪੈ ਗਿਆ, ਸੱਜੇ ਜਾਵਾਂ ਕਿ ਖੱਬੇ ਜਾਵਾਂ, ਕਿੱਧਰ ਨੂੰ ਜਾਵਾਂ। ਹੁਣ ਮੈਂ ਕਿਸੇ ਪਾਸੇ ਜਾ ਨਹੀਂ ਸਕਦਾ ਹਾਂ, ਰਾਤ ਮੈਨੂੰ ਇੱਥੇ ਹੀ ਕੱਟਣੀ ਪਵੇਗੀ ਰੁੱਖ ਦੇ ਥੱਲੇ। ਰਾਤ ਦਾ ਹਨੇਰਾ ਹੋਣ ਕਰਕੇ ਰਾਹ ਭੁੱਲ ਗਿਆ ਹੈ। ਸ਼ੁੱਧਤ ਉਦਾਸ ਤਰਾਸ ਮਨ ਮਾਹੂ। ਮਨ ਦੇ ਵਿੱਚ ਇੱਕ ਡਰ ਹੈ। ਡਰ ਇਹ ਹੈ ਵੀ ਕੋਈ ਸ਼ਿਕਾਰੀ ਜਾਨਵਰ ਮੇਰੇ ਤੇ ਰਾਤ ਨੂੰ ਹਮਲਾ ਨਾ ਕਰ ਦੇਵੇ, ਮੈਨੂੰ ਵੀ ਨਾ ਕੋਈ ਮਾਰ ਦੇਵੇ। ਸ਼ਿਕਾਰੀ ਆਪ ਆਇਆ ਸ਼ਿਕਾਰ ਕਰਨ ਵਾਸਤੇ, ਪਰ ਉਹਦੇ ਮਨ ਵਿੱਚ ਵੀ ਡਰ ਹੈ ਵੀ ਮੈਨੂੰ ਕੋਈ ਜਾਨਵਰ ਨਾ ਖਾ ਜਾਵੇ। ਇੱਕ ਤੇ ਡਰ ਇਹ ਹੈ ਵੀ ਮੈਨੂੰ ਕੋਈ ਖਾ ਨਾ ਜਾਵੇ। ਦੂਜਾ ਡਰ ਇਹ ਹੈ ਵੀ ਮੈਨੂੰ ਭੁੱਖ ਲੱਗੀ ਹੋਈ ਹੈ ਤੇ ਖਾਣ ਵਾਸਤੇ ਕੁਝ ਨਹੀਂ ਮਿਲਿਆ, ਸਾਰਾ ਦਿਨ ਜੰਗਲ ਵਿੱਚ ਘੁੰਮਿਆ ਤੇ ਭੁੱਖ ਲੱਗੀ ਹੈ। ਤੇ ਤੀਜੀ ਮੁਸੀਬਤ ਇਹ ਹੈ ਵੀ ਠੰਡ ਦੇ ਵਿੱਚ ਸਰੀਰ ਭਿੱਜ ਗਿਆ ਹੈ ਤੇ ਕੰਬਦਾ ਪਿਆ ਹੈ। ਇਹ ਤਿੰਨ ਮੁਸੀਬਤਾਂ ਵਿੱਚ ਸ਼ਿਕਾਰੀ ਘਿਰ ਗਿਆ ਹੈ। ਠਰਿਓ ਸੁਣ ਹੋਏ ਬੈਠਿਓ ਮੌਨ। ਕਹਿਣ ਲੱਗੇ ਚੁੱਪ ਕਰਕੇ ਰੁੱਖ ਦੇ ਨਾਲ ਢੋ ਲਾ ਕੇ ਨਾ, ਆਸਰਾ ਲਾ ਕੇ ਤੇ ਬੈਠਾ ਹੋਇਆ। ਹੁਣ ਰਾਤ ਨੂੰ ਬੋਲ ਕੇ ਕਿਹਨੂੰ ਸੁਣਾਵੇ ਕਿ ਮੈਨੂੰ ਭੁੱਖ ਲੱਗੀ ਜਾਂ ਠੰਡ ਲੱਗੀ ਹੈ।
ਚੁੱਪ ਕਰਕੇ ਸ਼ਿਕਾਰੀ ਰੁੱਖ ਦੇ ਨਾਲ ਬੈਠਾ ਹੋਇਆ ਹੈ। ਬੋਲ ਨਾ ਨਿਕਸ ਬਿਲੋਕਿਓ ਤੌਣ। ਕਹਿਣ ਲੱਗੇ ਵੀ ਇਹਦੇ ਕੋਲੋਂ ਬੋਲਿਆ ਨਹੀਂ ਜਾਂਦਾ ਹੈ, ਠੰਡ ਦੇ ਨਾਲ ਇੰਨਾ ਮਾੜਾ ਹਾਲ ਹੈ ਵੀ ਹੁਣ ਬੋਲਣ ਦੀ ਸ਼ਕਤੀ ਚਲੇ ਗਈ ਹੈ, ਬੋਲ ਵੀ ਨਹੀਂ ਸਕਦਾ, ਡਰਿਆ ਹੋਇਆ, ਕੰਬਦਾ ਪਿਆ। ਕਹਿਣ ਲੱਗੇ ਜਦੋਂ ਬੈਠਾ ਨਾ ਆ ਕੇ, ਇੰਨੇ ਚਿਰ ਨੂੰ ਕਬੂਤਰ ਤੇ ਕਬੂਤਰੀ ਨੇ ਉੱਪਰੋਂ ਵੇਖ ਲਿਆ, ਉੱਪਰ ਬੈਠੇ ਟਾਹਣੀ ਦੇ ਆਲਣੇ ਦੇ ਵਿੱਚ ਉਹਨਾਂ ਨੇ ਵੇਖਿਆ ਵੀ ਥੱਲੇ ਕੋਈ ਵਿਅਕਤੀ ਆ ਕੇ ਬੈਠਾ ਹੈ। ਫੁੱਤੋ ਕੁਟੰਬੀ ਕਹਿ ਕਪੂਤ। ਇਹ ਜਿਹੜਾ ਕਬੂਤਰ ਸੀ ਨਾ, ਉਹਨੇ ਸੋਚਿਆ ਵੀ ਮੈਂ ਆ ਪਰਿਵਾਰ ਵਾਲਾ, ਮੇਰੀ ਕਬੂਤਰੀ ਵੀ ਨਾਲ ਆਲਣੇ ਦੇ ਵਿੱਚ ਹੈ, ਮੇਰੇ ਬੱਚੇ ਵੀ ਇੱਥੇ ਆਲਣੇ ਵਿੱਚ ਬੈਠੇ, ਮੈਂ ਪਰਿਵਾਰ ਦੇ ਸਮੇਤ ਆ, ਮੈਂ ਆ ਗ੍ਰਸਤੀ ਪਰਿਵਾਰ ਵਾਲਾ, ਤੇ ਮੈਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ। ਆਪਣੇ ਆਪ ਨੂੰ ਗ੍ਰਸਤੀ ਜਾਣ ਕੇ ਸੁਨੋ ਕਪੂਤੀ ਇਸ ਦੁੱਖ ਹੋਤ। ਕਹਿਣ ਲੱਗੇ ਵੀ ਉਸ ਕਬੂਤਰ ਨੇ ਆਪਣੀ ਕਬੂਤਰੀ ਨੂੰ ਆਖਿਆ, ਕਹਿਣ ਲੱਗਾ ਵੀ ਆ ਜਿਹੜਾ ਵਿਅਕਤੀ ਥੱਲੇ ਆ ਕੇ ਬੈਠ ਗਿਆ ਨਾ ਰੁੱਖ ਦੇ ਨਾਲ ਢੋਹ ਲਾ ਕੇ, ਮੈਨੂੰ ਲੱਗਦਾ ਵੀ ਇਹ ਬਹੁਤ ਜ਼ਿਆਦਾ ਦੁਖੀ ਹੈ, ਜਿਹੜਾ ਬੋਲਿਆ ਨਹੀਂ ਜਾ ਰਿਹਾ, ਇਹ ਡਰਿਆ ਹੋਇਆ ਇਕੱਠਾ ਹੋ ਕੇ ਬੈਠਾ, ਮੈਨੂੰ ਲੱਗਦਾ ਹੈ ਵੀ ਇਹ ਬਹੁਤ ਵੱਡਾ ਦੁਖੀ ਹੈ। ਖੱਗ ਗ੍ਰਸਤੀ ਹਮਰੇ ਅਰਦੰਗੀ। ਤੇ ਅਸੀਂ ਆ ਗ੍ਰਸਤੀ, ਸਾਡਾ ਇਹ ਘਰ ਹੈ ਰੁੱਖ, ਅਸੀਂ ਰੁੱਖ ਦੇ ਉੱਪਰ ਆਲਣਾ ਪਾ ਕੇ ਰਹਿੰਦੇ ਆ, ਇਹ ਵਿਚਾਰਾ ਸਾਡਾ ਮਹਿਮਾਨ ਹੈ, ਸਾਡੇ ਘਰ ਆ ਗਿਆ ਹੈ, ਸਾਡੇ ਕੋਲ ਬੈਠਾ ਹੈ, ਅਸੀਂ ਆ ਗ੍ਰਸਤੀ, ਸਾਡਾ ਇਹ ਘਰ ਹੈ ਆਲਣਾ, ਸਾਡੇ ਕੋਲ ਆਇਆ ਹੈ। ਆਇਓ ਅਭਿਆਗਤ ਨਰ ਅੰਗੀ। ਇਹ ਕੋਈ ਮਨੁੱਖਾਂ ਦੇ ਅੰਗ ਵਾਲਾ, ਜਾਂ ਕਹਿ ਲਈਏ ਵੀ ਮਨੁੱਖ ਆ ਗਿਆ ਸਾਡੇ ਘਰ ਵਿੱਚ। ਤੇ ਗ੍ਰਸਤੀ ਦਾ ਧਰਮ ਇਹ ਹੈ ਵੀ ਜੇ ਕੋਈ ਘਰ ਵਿੱਚ ਦਰਵਾਜ਼ੇ ਤੇ ਆਵੇ ਤੇ ਉਹਨੂੰ ਕੁਝ ਨਾ ਕੁਝ ਖਾਣ ਵਾਸਤੇ ਦੇਵੇ। ਇਹ ਉਹਨੂੰ ਭੁੱਖਾ ਵੀ ਹੈ, ਇਹ ਠਰਿਆ ਵੀ ਪਿਆ ਤੇ ਡਰਿਆ ਵੀ ਪਿਆ ਹੈ, ਇਹ ਆਪਣੇ ਘਰ ਆ ਗਿਆ, ਰੁੱਖ ਦੇ ਥੱਲੇ ਬੈਠਾ ਹੈ। ਆਪਾਂ ਨੂੰ ਚਾਹੀਦਾ ਵੀ ਇਹਦੀ ਸੇਵਾ ਕਰੀਏ, ਕੋਈ ਨਾ ਕੋਈ ਮਦਦ ਕਰਨਾ ਕਰੀਏ। ਬੈਠੇ ਹੋਏ ਨਿਕੇਤ ਹਮਾਰੇ। ਇਹ ਸਾਡੇ ਘਰ ਆ ਗਿਆ, ਭਾਵ ਕੇ ਰੁੱਖ ਦੇ ਥੱਲੇ ਬੈਠਾ ਹੈ। ਗ੍ਰਸਤੀ ਧਰਮ ਸੁਦੇਹ ਆਹਾਰੇ। ਤੇ ਗ੍ਰਸਤੀ ਦਾ ਧਰਮ ਕੀ ਹੈ? ਇਹ ਸਾਖੀ ਸੁਣਨ ਵਾਲੀ ਆ, ਆਪਾਂ ਵੀ ਗ੍ਰਸਤੀ ਪਰਿਵਾਰਾਂ ਵਾਲੇ ਬੈਠੇ ਆ। ਗ੍ਰਸਤੀ ਬੰਦੇ ਦਾ ਧਰਮ ਇਹ ਹੈ ਵੀ ਜੇ ਕੋਈ ਭੁੱਖਾ ਦਰਵਾਜ਼ੇ ਤੇ ਆ ਗਿਆ ਤੇ ਉਹਨੂੰ ਜ਼ਰੂਰ ਰੋਟੀ ਦੇਵੇ, ਜ਼ਿਆਦਾ ਨਹੀਂ ਤੇ ਇੱਕ ਹੀ ਦੇ ਦੇਵੇ, ਥੋੜੀ ਜਿੰਨੀ ਬਚੀ ਹੈ ਜਿੰਨੀ ਦੇ ਸਕਦਾ। ਰੋਟੀ ਤੋਂ ਕਿਸੇ ਲੋੜਵੰਦ ਨੂੰ ਭੁੱਖਾ ਨਾ ਦਰਵਾਜ਼ੇ ਤੋਂ ਮੋੜੇ। ਕਬੂਤਰ ਕਹਿ ਰਿਹਾ ਹੈ, ਕਹਿਣ ਲੱਗਾ ਵੀ ਭਾਵੇਂ ਆਪਾਂ ਜਾਨਵਰ ਹੀ ਹਾਂ, ਪੰਛੀ ਹਾਂ, ਆਪਣਾ ਇਹ ਘਰ ਰੁੱਖ ਹੈ, ਆਪਣੇ ਰੁੱਖ ਦੇ ਥੱਲੇ ਇੱਕ ਬੰਦਾ ਬੈਠਾ, ਉਹਨੂੰ ਭੁੱਖ ਲੱਗੀ ਹੋਈ ਹੈ, ਤੇ ਸਾਡਾ ਧਰਮ ਇਹ ਗੱਲ ਕਹਿੰਦਾ ਹੈ ਵੀ ਸਾਨੂੰ ਇਹਨੂੰ ਰੋਟੀ ਦੇਣੀ ਚਾਹੀਦੀ ਹੈ, ਇਹਨੂੰ ਦੇਣ ਵਾਸਤੇ ਕੁਝ ਖੁਰਾਕ ਦੇਣਾ ਕਰੀਏ। ਖਾਨ ਪਾਨ ਬਿਸਰਾਮ ਮੈਂ ਦੇਵੋ। ਗ੍ਰਸਤੀ ਬੰਦੇ ਦਾ ਕੰਮ ਹੁੰਦਾ ਹੈ ਖਾਣ ਵਾਸਤੇ ਰੋਟੀ ਅਤੇ ਪੀਣ ਵਾਸਤੇ ਜੋ ਪਦਾਰਥ ਦੇ ਸਕੇ, ਜਾਂ ਆਰਾਮ ਕਰਨ ਵਾਸਤੇ ਜੋ ਕੋਈ ਸਾਧਨ ਜੁਟਾ ਸਕਦਾ ਤੇ ਦੇਣਾ ਕਰੇ। ਸੁਖ ਸਭ ਕਰੈ ਅਤਿਥ ਸੁਧ ਲੈਵੋ। ਕਹਿਣ ਲੱਗੇ ਜਿਹੜਾ ਬੰਦਾ ਕਿਸੇ ਦੂਜੇ ਦੀ ਸੇਵਾ ਕਰਦਾ ਹੈ, ਕਿਸੇ ਲੋੜਵੰਦ ਦੀ ਮਦਦ ਕਰਦਾ ਨਾ, ਰੋਟੀ ਦੇ ਨਾਲ ਬਿਸਤਰੇ ਦੇ ਨਾਲ, ਉਹਨੂੰ ਹਰੇਕ ਤਰ੍ਹਾਂ ਦਾ ਸੁੱਖ ਮਿਲਦਾ ਹੈ, ਉਹਦਾ ਜੀਵਨ ਸੁਖੀ ਹੋ ਜਾਂਦਾ ਹੈ। ਗ੍ਰਸਤੀ ਜੀਵਨ ਦੇ ਵਿੱਚ ਬਰਕਤ ਪੈ ਜਾਂਦੀ, ਕਮਾਈ ਵਿੱਚ ਬਰਕਤ ਪੈ ਜਾਂਦੀ ਹੈ। ਇਸ ਕਰਕੇ ਮੇਰਾ ਇਹ ਵਿਚਾਰ ਹੈ ਵੀ ਅਸੀਂ ਗ੍ਰਸਤੀ ਹਾਂ, ਗ੍ਰਸਤੀ ਬੰਦੇ ਦਾ ਪਹਿਲਾ ਫਰਜ਼ ਇਹ ਬਣਦਾ ਵੀ ਆਏ ਗਏ ਦੀ ਸੇਵਾ ਕਰੇ। ਖੱਗ ਤਨ ਹਾਥ ਨਾ ਦੇ ਵਿਧਾਤਾ। ਉਸ ਵੇਲੇ ਕਬੂਤਰੀ ਨੇ ਆਖਿਆ, ਕਹਿਣ ਲੱਗੀ ਵੀ ਠੀਕ ਹੈ, ਆਪਣਾ ਮਹਿਮਾਨ ਹੈ, ਪਰ ਆਪਾਂ ਇਹਦੀ ਸੇਵਾ ਕਿਵੇਂ ਕਰ ਸਕਦੇ ਹਾਂ? ਆਪਾਂ ਤੇ ਹੋਏ ਪੰਛੀ ਨਿੱਕੇ ਨਿੱਕੇ, ਇਹ ਏਡਾ ਵੱਡਾ ਸਰੀਰ ਦਾ ਆਦਮੀ ਹੈ, ਇਹ ਆਪਣੀ ਮਦਦ ਆਪੇ ਨਹੀਂ ਕਰ ਸਕਦਾ, ਅਸੀਂ ਇਹਦੀ ਮਦਦ ਕਿਵੇਂ ਕਰੀਏ? ਕਬੂਤਰ ਨੇ ਸੁਣੀ ਗੱਲ, ਕਹਿਣ ਲੱਗਾ ਵੀ ਇਹ ਗੱਲ ਤੇ ਠੀਕ ਹੈ ਵੀ ਸਾਨੂੰ ਪ੍ਰਮਾਤਮਾ ਨੇ ਹੱਥ ਨਹੀਂ ਦਿੱਤੇ, ਜੇ ਹੱਥ ਦਿੱਤੇ ਹੁੰਦੇ ਅਸੀਂ ਇਹਦੇ ਵਾਸਤੇ ਕੋਈ ਇਹਦਾ ਮਦਦ ਕਰਦੇ ਹੱਥਾਂ ਦੇ ਨਾਲ। ਇਹ ਗੱਲ ਬਿਲਕੁਲ ਠੀਕ ਹੈ ਕਿ ਸਾਨੂੰ ਪ੍ਰਮਾਤਮਾ ਨੇ ਹੱਥ ਨਹੀਂ ਦਿੱਤੇ ਹਨ। ਹੈ ਇੱਕ ਚੋਂਚ ਚੋਗ ਚੁਨ ਖਾਤਾ। ਰੱਬ ਨੇ ਸਾਨੂੰ ਇੱਕ ਚੁੰਝ ਤੇ ਦਿੱਤੀ ਹੈ ਨਾ। ਕਬੂਤਰ ਨੇ ਆਖਿਆ ਵੀ ਤਾਂ ਕੀ ਹੋਇਆ ਜੇ ਹੱਥ ਨਹੀਂ ਦਿੱਤੇ ਰੱਬ ਨੇ, ਪਰ ਰੱਬ ਨੇ ਚੁੰਝ ਤੇ ਦਿੱਤੀ ਹੈ ਨਾ, ਚੁੰਝ ਦੇ ਨਾਲ ਹੀ ਆਪਾਂ ਚੋਗਾ ਚੁਗਦੇ ਆ, ਖਾਂਦੇ ਆ। ਰੱਬ ਨੇ ਸਾਨੂੰ ਚੁੰਝ ਦਿੱਤੀ ਹੋਈ ਹੈ। ਸੁਨ ਸੁਖ ਦਾਇਨ ਸੁਧ ਇਸ ਕੇਰੀ। ਇਸ ਕਰਕੇ ਉਹ ਕਬੂਤਰ ਕਹਿ ਰਿਹਾ ਹੈ, ਕਹਿਣ ਲੱਗਾ ਵੀ ਇਹਦੀ ਜਿਹੜੀ ਖਬਰ ਹੈ ਨਾ ਇਸ ਵੇਲੇ ਲੈਣੀ, ਇਹਦੀ ਮਦਦ ਕਰਨੀ ਜਿਹੜੀ ਇਸ ਵੇਲੇ ਬਣਦੀ ਹੈ। ਚਾਹੀਏ ਲਈ ਸਿਕਲ ਇਸ ਬੇਰੀ। ਮੇਰਾ ਵਿਚਾਰ ਇਹ ਹੈ ਵੀ ਇਹਦੀ ਖਬਰ ਆਪਾਂ ਨੂੰ ਲੈਣੀ ਚਾਹੀਦੀ ਹੈ। ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਆਪਣੇ ਹੱਥ ਹੈ ਨਹੀਂ ਗੇ ਤੇ ਆਪਾਂ ਕਿਵੇਂ ਕਰੀਏ। ਰੱਬ ਨੇ ਚੁੰਝ ਦਿੱਤੀ ਹੈ, ਆਪਾਂ ਚੁੰਝ ਦੇ ਨਾਲ ਤੇ ਇਹਦੀ ਕੋਈ ਮਦਦ ਕਰ ਹੀ ਸਕਦੇ ਹਾਂ। ਇਸ ਕਰਕੇ ਮੈਂ ਇਹ ਗੱਲ ਕਹਿੰਦਾ ਹਾਂ ਵੀ ਇਹਦੀ ਖਬਰਸਾਰ ਆਪਾਂ ਨੂੰ ਲੈਣੀ ਚਾਹੀਦੀ,
ਇਹਦੀ ਮਦਦ ਕਰਨੀ ਬਣਦੀ ਹੈ। ਪਹਿਲੇ ਪਾਵਕ ਦੈ ਹੈ ਇਸੇ। ਤੇ ਉਸ ਵੇਲੇ ਕਬੂਤਰੀ ਨੇ ਆਖਿਆ ਵੀ ਕਿਵੇਂ ਕਰਾਂਗੇ ਆਪਾਂ ਸੇਵਾ, ਕਿਵੇਂ ਮਦਦ ਕਰਾਂਗੇ। ਤੇ ਕਬੂਤਰ ਜਵਾਬ ਦਿੰਦਾ ਕਹਿਣ ਲੱਗਾ ਵੀ ਸਾਰਿਆਂ ਤੋਂ ਪਹਿਲਾਂ ਆਪਾਂ ਇਹਨੂੰ ਅੱਗ ਲਿਆ ਕੇ ਦਈਏ, ਇਹ ਠਰਦਾ ਪਿਆ ਹੈ। ਕੱਪੜਾ ਤੇ ਆਪਾਂ ਦੇ ਨਹੀਂ ਸਕਦੇ, ਨਾ ਸਾਡੇ ਕੋਲ ਹੀ ਹੈ, ਪਰ ਅੱਗ ਤੇ ਆਪਾਂ ਦੇ ਹੀ ਸਕਦੇ ਆ ਨਾ। ਪਹਿਲਾਂ ਇਹਨੂੰ ਅੱਗ ਲਿਆ ਕੇ ਦਈਏ, ਇਹ ਅੱਗ ਬਾਲੇਗਾ, ਉਹਦੇ ਨਾਲ ਇਹਦੀ ਠੰਡ ਦੂਰ ਹੋ ਜਾਏਗੀ। ਇੱਕ ਮਦਦ ਤੇ ਆਪਾਂ ਕਰ ਹੀ ਸਕਦੇ ਹਾਂ। ਸਾਰਿਆਂ ਤੋਂ ਪਹਿਲਾਂ ਆਪਣਾ ਯਤਨ ਇਹ ਕਰੀਏ ਵੀ ਇਹਨੂੰ ਅੱਗ ਲਿਆ ਕੇ ਦੇਣਾ ਕਰੀਏ, ਜਿਸ ਤੇ ਸੀਤ ਸਰੀਰ ਨਸੇ। ਜਿਸ ਕਰਕੇ ਇਹਦੀ ਸੀਤ ਠੰਡ ਜਿਹੜੀ ਹੈ ਸਰੀਰ ਦੀ ਉਹ ਨਸ ਜਾਵੇ, ਦੂਰ ਹੋ ਜਾਣਾ ਕਰੇ। ਉਦਮ ਤੇ ਲక్ష్ਮੀ ਹੋਏ ਭੌਣ। ਲੋਕਾਂ ਦੀ ਇਹ ਵਿਚਾਰ ਹੈ, ਆਮ ਲੋਕ ਜਿਹੜੇ ਸਿਆਣੇ ਨੇ ਨਾ, ਉਹਨਾਂ ਦੀ ਇਹ ਵਿਚਾਰ ਹੈ ਵੀ ਜਿਹੜਾ ਬੰਦਾ ਉਦਮੀ ਹੈ ਨਾ, ਲక్ష్ਮੀ ਉਹਦੇ ਅੱਗੇ ਅੱਗੇ ਭੱਜੀ ਫਿਰਦੀ ਹੈ। ਕੁਝ ਲੋਕ ਆਖਦੇ ਨਾ ਵੀ ਅਸੀਂ ਤੇ ਮਾਇਆ ਹੱਥ ਨਹੀਂ ਆਉਂਦੀ, ਮਾਇਆ ਕਮਾਉਂਦੇ ਨਹੀਂ। ਇਹ ਆਲਸੀ ਲੋਕਾਂ ਦੀ ਗੱਲ ਹੈ। ਜਿਹੜਾ ਬੰਦਾ ਉਦਮੀ ਹੈ ਨਾ, ਸਿਆਣਿਆਂ ਦੀ ਕਹਾਵਤ ਇਹ ਹੈ ਵੀ ਉਦਮੀ ਬੰਦੇ ਦੇ ਅੱਗੇ ਲక్ష్ਮੀ ਤੁਰੀ ਫਿਰਦੀ ਹੈ, ਵਾਧੂ ਜਿੰਨੀ ਮਰਜ਼ੀ ਪ੍ਰਾਪਤ ਕਰ ਲਵੇ, ਉਦਮ ਦੇ ਨਾਲ ਮਿਲ ਜਾਂਦਾ ਹੈ। ਜਿਮ ਬਿਜਨੇ ਹਾਲੇ ਹੋਏ ਪੌਣ। ਸਿਆਣੇ ਬੰਦੇ ਇਹ ਗੱਲ ਕਹਿੰਦੇ ਨੇ ਵੀ ਜਿਵੇਂ ਪੱਖੇ ਦੇ ਅੱਗੇ ਹਵਾ ਭੱਜਦੀ ਹੈ, ਆਪਾਂ ਨੂੰ ਗਰਮੀ ਲੱਗਦੀ ਨਾ, ਹੱਥ ਵਿੱਚ ਪੱਖਾ ਫੜ ਲਈਏ, ਪੱਖੇ ਨੂੰ ਹਿਲਾਵਾਂਗੇ ਤੇ ਹਵਾ ਭੱਜ ਭੱਜ ਕੇ ਸਾਡੇ ਕੋਲ ਆਵੇਗੀ। ਤੇ ਜੇ ਬੰਦਾ ਦਲਿਦਰੀ ਹੋਵੇ, ਆਖੇ ਵੀ ਮੈਂ ਤੇ ਪੱਖਾ ਫੜਨਾ ਹੀ ਨਹੀਂ ਹੱਥ ਵਿੱਚ, ਪੱਖਾ ਹਿਲਾਉਣਾ ਹੀ ਨਹੀਂ, ਪੱਖਾ ਨਹੀਂ ਹਿਲਾਵੇਗਾ ਤੇ ਹਵਾ ਕਿਵੇਂ ਆਵੇਗੀ। ਮੰਨ ਲਓ ਕਿ ਬਿਜਲੀ ਵਾਲਾ ਪੱਖਾ ਚੱਲਦਾ ਪਿਆ, ਪਰ ਇਹਦੇ ਵਾਸਤੇ ਵੀ ਤੇ ਉਦਮ ਕੀਤਾ ਨਾ। ਪੱਖਾ ਖਰੀਦ ਕੇ ਲਿਆਂਦਾ, ਫਿਰ ਉਹਨੂੰ ਬਿਜਲੀ ਦਾ ਕਨੈਕਸ਼ਨ ਦਿੱਤਾ, ਫਿਰ ਆਪਾਂ ਬਟਨ ਛੱਡਿਆ, ਉਦਮ ਤੇ ਕੀਤਾ ਤਾਂ ਹੀ ਚੱਲਿਆ, ਹਵਾ ਹੀ ਤਾਂ ਆਈ ਹੈ। ਹੁਣ ਬੰਦਾ ਚੁੱਪ ਕਰਕੇ ਬੈਠਾ ਰਹੇ ਵੀ ਪੱਖਾ ਮੈਂ ਲਿਆਉਣਾ ਨਹੀਂ, ਸੋਚ ਮੈਂ ਛੱਡਣਾ ਨਹੀਂ, ਤੇ ਮੈਨੂੰ ਬਿਨਾਂ ਹੀ ਹਵਾ ਆਈ ਜਾਵੇ, ਤੇ ਬਿਨਾਂ ਕਿਵੇਂ ਆਵੇ ਭਾਈ। ਇਹ ਸਿਆਣਿਆਂ ਦੀ ਕਹਾਵਤ ਹੈ ਵੀ ਪੱਖੇ ਅੱਗੇ ਹਵਾ ਭੱਜਦੀ ਹੈ, ਉਦਮੀ ਦੇ ਅੱਗੇ ਲక్ష్ਮੀ ਦੌੜਦੀ ਹੈ। ਜੇ ਉਦਮੀ ਬੰਦਾ ਹੈ, ਉਹਨੂੰ ਲక్ష్ਮੀ ਦੀ ਘਾਟ ਨਹੀਂ ਹੈ, ਤੇ ਜੇ ਪੱਖਾ ਚੱਲਦਾ ਪਿਆ ਤੇ ਫਿਰ ਹਵਾ ਦੀ ਘਾਟ ਨਹੀਂ ਹੈ। ਇਹ ਵੱਡੇ ਵਡੇਰੇ ਅਖਾਣ ਪਾਇਆ ਕਰਦੇ ਸਨ ਸਮਝਾਉਣ ਵਾਸਤੇ, ਜਿਵੇਂ ਪੱਖੇ ਅੱਗੇ ਹਵਾ ਦੌੜਦੀ ਹੈ, ਉਦਮੀ ਦੇ ਅੱਗੇ ਲక్ష్ਮੀ ਦੌੜਦੀ ਹੈ। ਕਬੂਤਰ ਨੇ ਆਖਿਆ ਤਾਂ ਕੀ ਹੋਇਆ, ਆਪਾਂ ਪੰਛੀ ਆ, ਆਪਾਂ ਉਦਮ ਤੇ ਕਰ ਹੀ ਸਕਦੇ ਆ ਨਾ, ਉਦਮ ਕਰੀਏ, ਉਦਮ ਨਾਲ ਕੀ ਹੁੰਦਾ ਹੈ। ਇਮ ਬੋਲਤ ਹੀ ਉੱਡ ਕਰ ਗਏ। ਕਹਿਣ ਲੱਗੇ ਵੀ ਇੰਨੀ ਗੱਲ ਕਹਿ ਕੇ ਨਾ ਕਬੂਤਰ ਨੇ ਆਖਿਆ ਵੀ ਮੈਂ ਉੱਡ ਕੇ ਜਾਂਦਾ। ਉਹਨੇ ਉਡਾਰੀ ਭਰੀ ਰੁੱਖ ਦੇ ਉੱਪਰੋਂ, ਕਬੂਤਰ ਬੈਠਾ ਉੱਡ ਕੇ ਉਸ ਵੇਲੇ ਗਿਆ ਹੈ। ਗ੍ਰਾਮ ਅਗਨ ਧੁਖ ਦੇਖਤ ਭਇਓ। ਕਿਸੇ ਨੇੜੇ ਕੋਈ ਪਿੰਡ ਹੈ, ਪਿੰਡ ਦੇ ਵਿੱਚ ਕਿਸੇ ਦੇ ਘਰੇ ਚੁੱਲ੍ਹਾ ਬਲਦਾ ਪਿਆ, ਚੁੱਲ੍ਹੇ ਵਿੱਚ ਵੇਖਿਆ ਵੀ ਕੋਈ ਨਿੱਕੀ ਜੀ ਲੱਕੜ ਦੀ ਸੋਟੀ ਤੇ ਉਹਨੂੰ ਅੱਗ ਲੱਗੀ ਹੋਈ ਹੈ। ਕਬੂਤਰ ਨੇ ਉਹ ਸੋਟੀ ਅੱਗ ਵਾਲੀ ਵੇਖ ਕੇ ਮੇਂਗਣ ਆਗ ਸੁਲਗਤੀ ਲੈ ਕੇ। ਕਹਿਣ ਲੱਗੇ ਵੀ ਉਹ ਨਿੱਕੀ ਜੀ ਲੱਕੜੀ ਸੋਟੀ ਜਿਹੜੀ ਹੈ ਨਾ, ਆਪਣੀ ਚੁੰਝ ਵਿੱਚ ਲੈ ਕੇ, ਉਹਨੇ ਆਖਿਆ ਸੀ ਨਾ ਹੱਥ ਨਹੀਂ ਹੋਏ ਤੇ ਤਾਂ ਕੀ ਹੋਇਆ, ਚੁੰਝ ਤੇ ਰੱਬ ਨੇ ਦਿੱਤੀ ਹੈ ਨਾ। ਨਿੱਕੀਆਂ ਨਿੱਕੀਆਂ ਲੱਕੜਾਂ ਚੁੱਲ੍ਹੇ ਵਿੱਚ ਬਲਦੀਆਂ ਪਈਆਂ, ਨਿੱਕੀ ਜੀ ਬਰੀਕ ਜੀ ਲੱਕੜ ਵੇਖ ਕੇ ਵੀ ਜਿਹਦੇ ਚੰਗਿਆੜੇ ਜਿਹਦੇ ਬਲਦੇ ਪਏ, ਆਪਣੀ ਚੁੰਝ ਵਿੱਚ ਲੈ ਕੇ ਤੇ ਕਬੂਤਰ ਉਥੋਂ ਉੱਡ ਪਿਆ ਹੈ। ਲਿਆਏ ਬਦਕ ਕੇ ਆਗੇ ਦੇ ਕੇ। ਤੇ ਜਿੱਥੇ ਉਹ ਸ਼ਿਕਾਰੀ ਬੈਠਾ ਸੀ ਨਾ ਰੁੱਖ ਦੇ ਕੋਲ, ਉਸ ਕਬੂਤਰ ਨੇ ਲਿਆ ਕੇ ਉਹ ਬਲਦੀ ਹੋਈ ਨਿੱਕੀ ਜੀ ਲੱਕੜ, ਟਾਹਣੀ ਛੋਟੀ ਜੀ, ਉਹਦੇ ਅੱਗੇ ਲਿਆ ਕੇ ਰੱਖ ਦਿੱਤੀ ਹੈ। ਸ਼ੁਸ਼ਕ ਆਲਣੇ ਤੇ ਤ੍ਰਿਣ ਗੇਰੇ। ਤੇ ਫਿਰ ਆਪਣੇ ਆਲਣੇ ਵਿੱਚੋਂ, ਜਿਸ ਆਲਣੇ ਵਿੱਚ ਆ ਬੈਠਾ ਸੀ ਨਾ, ਸੁੱਕੇ ਸੁੱਕੇ ਕੱਖ ਕੁਝ ਕੁ ਆਪਣੇ ਆਲਣੇ ਵਿੱਚੋਂ ਥੱਲੇ ਸੁੱਟੇ ਵੀ ਇਹ ਬੰਦਾ ਜਿਹੜਾ ਹੈ, ਮੈਂ ਇਹਨੂੰ ਅੱਗ ਦਾ ਇੱਕ ਚੰਗਿਆੜਾ ਲਿਆ ਕੇ ਦਿੱਤਾ ਹੈ, ਹੁਣ ਮੇਰੇ ਆਲਣੇ ਦੇ ਸੁੱਕੇ ਕੱਖ ਥੱਲੇ ਡਿੱਗਣਗੇ, ਇਹ ਚੋਕੇ ਉਹਦੇ ਉੱਪਰ ਰੱਖੇਗਾ, ਫੂਕ ਮਾਰੇਗਾ ਤੇ ਅੱਗ ਬਲ ਪਵੇਗੀ। ਕਬੂਤਰ ਹੈ ਤੇ ਭਾਵੇਂ ਪੰਛੀ ਹੈ, ਪਰ ਸੇਵਾ ਕਰਨ ਦੀ ਉਹਦੀ ਭਾਵਨਾ ਹੈ। ਪਹਿਲਾਂ ਇੱਕ ਅੱਗ ਦੀ ਸੋਟੀ ਲੈ ਕੇ ਆਇਆ, ਉਹ ਰੱਖ ਦਿੱਤੀ ਹੈ, ਫਿਰ ਆਪਣੇ ਆਲਣੇ ਵਿੱਚੋਂ ਸੁੱਕੇ ਕੁਝ ਕੱਖ ਉਸਨੇ ਥੱਲੇ ਸੁੱਟੇ ਹਨ। ਬਦ ਕਹਿਰ ਜਾਰੇ ਤਿਸ ਬੇਰੇ। ਉਹ ਜਿਹੜਾ ਸ਼ਿਕਾਰੀ ਸੀ ਨਾ, ਉਹਨੇ ਵੇਖਿਆ ਵੀ ਇੱਕ ਸੋਟੀ ਪਹਿਲਾਂ ਅੱਗ ਵਾਲੀ ਆਈ, ਹੁਣ ਕੱਖ ਆ ਗਿਆ। ਉਹਦਾ ਮਨ ਕੀਤਾ ਵੀ ਮੈਂ ਵੀ ਉਦਮ ਕਰਾਂ। ਉਹਨੇ ਉਹ ਸੁੱਕੇ ਹੋਏ ਕੱਖ ਚੋਕੇ ਸੋਟੀ ਦੇ ਉੱਪਰ ਰੱਖੇ, ਨਾਲੇ ਫੂਕ ਮਾਰੀ ਹੈ, ਉਹਨਾਂ ਕੱਖਾਂ ਨੂੰ ਅੱਗ ਲੱਗ ਗਈ, ਉਹ ਬਲਣ ਲੱਗ ਪਏ ਹਨ। ਈਂਧਨ ਅਦਕ ਪਰਿਓ ਝੂਨ ਲਿਓ। ਤੇ ਨੇੜੇ ਨੇੜੇ ਹੋਰ ਨਿੱਕੀਆਂ ਮੋਟੀਆਂ ਲੱਕੜਾਂ ਹੁਣ ਉੱਠ ਪਿਆ ਉਹ ਵੀ ਜੇ ਅੱਗ ਬਲੀ ਹੈ ਤੇ ਹੁਣ ਮੈਂ ਬੁਝਣ ਨਾ ਦੇਵਾਂ। ਰੁੱਖ ਦੇ ਨੇੜੇ ਨੇੜੇ ਸੁੱਕੀਆਂ ਕੁਝ ਲੱਕੜਾਂ ਪਈਆਂ, ਟਾਹਣੀਆਂ, ਉਹਨੇ ਇਕੱਠੀਆਂ ਕੀਤੀਆਂ ਤੇ ਅੱਗ ਜਿਹੜੀ ਉਹ ਚੰਗੀ ਤਰ੍ਹਾਂ ਬਲ ਪਈ, ਬਹੁਤੀ ਬਲਣ ਲੱਗ ਪਈ ਹੈ। ਹੁਣ ਯਤਨ ਤੇ ਕਬੂਤਰ ਨੇ ਕੀਤਾ ਹੈ ਵੀ ਉਹ ਇੱਕ ਭਾਵੇਂ ਅੱਗ ਦਾ ਚੰਗਿਆੜਾ ਹੀ ਲਿਆ, ਪਰ ਲਿਆਇਆ ਤੇ ਹੈ ਨਾ ਜਾ ਕੇ ਜਿੰਨੀ ਕੁ ਕਰ ਸਕਦਾ ਆਪਣੇ ਸਰੀਰ ਦੇ ਮੁਤਾਬਕ, ਤੇ ਜਿੰਨੇ ਕੁ ਕੱਖ ਆਲ੍ਹਣੇ ਵਿੱਚੋਂ ਦੇ ਸਕਦਾ ਉਹ ਵੀ ਦੇ ਦਿੱਤੇ। ਜਦੋਂ ਕੱਖ ਰੱਖ ਕੇ ਅੱਗ ਬਲੀ ਹੈ
ਉਹ ਜਿਹੜਾ ਸ਼ਿਕਾਰੀ ਥੱਲੇ ਬੈਠਾ ਸੀ ਉਹਨੇ ਨਿੱਕੀਆਂ ਮੋਟੀਆਂ ਲੱਕੜਾਂ ਆਸਿਓਂ ਪਾਸਿਓਂ ਇਕੱਠੀਆਂ ਕੀਤੀਆਂ ਤੇ ਕਹਿਣ ਲੱਗੇ ਅੱਗ ਬਾਲ ਕੇ ਉਸ ਵੇਲੇ ਬੈਠ ਗਿਆ ਹੈ। ਬਹੁਤ ਭੜਾਂਬ ਮਚਾਵਤ ਭਇਓ। ਤੇ ਕਹਿਣ ਲੱਗੇ ਅੱਗ ਦੇ ਫਿਰ ਭਾਂਬੜ ਮਚਣ ਲੱਗ ਪਏ, ਅੱਗ ਲਟਾ ਲਟ ਬਣ ਲੱਗ ਪਈ। ਉਹਨੇ ਨੇੜਿਓਂ ਵੱਡੀਆਂ ਛੋਟੀਆਂ ਲੱਕੜਾਂ ਚੁੱਕ ਕੇ ਰੱਖੀਆਂ ਤੇ ਬੜੀ ਜ਼ਬਰਦਸਤ ਅੱਗ ਬਲੀ ਹੈ। ਗਇਓ ਸੀਤ ਪਰ ਭੂਖਾ ਰਹਿਓ। ਇਹਦੀ ਠੰਡ ਚਲੇਗੀ, ਕੋਲ ਬੈਠ ਗਿਆ, ਅੱਗ ਸੇਕੀ ਹੈ। ਅੱਗ ਸੇਕਣ ਦੇ ਨਾਲ ਉਹਦਾ ਸਰੀਰ ਕੰਬਦਾ ਪਿਆ ਸੀ ਨਾ ਠੰਡ ਦੇ ਨਾਲ, ਉਹ ਠੰਡ ਤੇ ਹੋ ਗਈ ਦੂਰ। ਪਰ ਗੁਰਮੁਖੋ ਅਜੇ ਭੁੱਖਾ ਹੈ, ਖਾਣ ਵਾਸਤੇ ਕੁਝ ਨਹੀਂ ਮਿਲਿਆ ਹੈ। ਹੁਣ ਬਚਨ ਇਹ ਹੈ ਵੀ ਇੱਕ ਉਹਨੂੰ ਡਰ ਹੈ, ਇੱਕ ਉਹਨੂੰ ਭੁੱਖ ਲੱਗੀ ਤੇ ਇੱਕ ਉਹਨੂੰ ਠੰਡ ਲੱਗੀ ਹੈ। ਅੱਗ ਦੇ ਨਾਲ ਡਰ ਤੇ ਖਤਮ ਹੋ ਗਿਆ। ਜਿੱਥੇ ਅੱਗ ਬਲੇਗੀ ਉੱਥੇ ਜਾਨਵਰ ਛੇਤੀ ਨੇੜੇ ਨਹੀਂ ਆਵੇਗਾ, ਜਾਨਵਰ ਅੱਗ ਤੋਂ ਡਰਦਾ। ਅੱਗ ਬਲਣ ਕਰਕੇ ਉਹ ਜਾਨਵਰਾਂ ਦੇ ਡਰ ਤੋਂ ਥੋੜੀ ਉਹਨੂੰ ਰਾਹਤ ਮਿਲ ਗਈ। ਅੱਗ ਬਲਣ ਕਰਕੇ ਠੰਡ ਤੋਂ ਵੀ ਰਾਹਤ ਮਿਲ ਗਈ, ਸਰੀਰ ਕੰਬਣ ਤੋਂ ਹਟ ਗਿਆ। ਪਰ ਅਜੇ ਭੁੱਖ ਨਹੀਂ ਮਿਟੀ ਹੈ, ਭੁੱਖ ਲੱਗੀ ਹੋਈ ਹੈ। ਕਹਿਣ ਲੱਗੇ ਫਿਰ ਦੇਖ ਕਪੂਤ ਬਾਤ ਤਬ ਕਹਿਓ। ਉਸ ਵੇਲੇ ਕਬੂਤਰ ਨੇ ਵੇਖਿਆ ਵੀ ਅਸੀਂ ਦੋ ਸੇਵਾ ਤੇ ਕਰ ਲਈਆਂ, ਇੱਕ ਤੇ ਇਹਦੀ ਠੰਡ ਦੂਰ ਕਰ ਲਈ ਹੈ, ਇੱਕ ਇਹਦਾ ਡਰ ਦੂਰ ਕਰ ਦਿੱਤਾ, ਪਰ ਅਜੇ ਇਹਦੀ ਭੁੱਖ ਨਹੀਂ ਅਸੀਂ ਦੂਰ ਕੀਤੀ। ਇਹ ਵੇਖ ਕੇ ਉਹ ਜਿਹੜਾ ਕਬੂਤਰ ਹੈ ਨਾ ਉਸ ਵੇਲੇ ਕਹਿਣ ਲੱਗਾ ਹੈ, ਇਹ ਘਰ ਕੀ ਸਰਦਾਰਨ ਸੁਣੋ। ਕਬੂਤਰ ਨੇ ਆਖਿਆ, ਕਹਿਣ ਲੱਗਾ ਵੀ ਐਸ ਆਲ੍ਹਣੇ ਦੀ ਮਾਲਕ ਜਾਂ ਮੇਰੇ ਘਰ ਦੀ ਮਾਲਕ ਜਿਹੜੀ ਕਬੂਤਰੀ ਹੈ ਉਸ ਨੂੰ ਇਸ ਤਰ੍ਹਾਂ ਕਹਿੰਦਾ ਹੈ, ਬਾਲ ਬੱਚੇ ਪਾਲੋ ਸੁਖ ਸਨੋ। ਕਹਿਣ ਲੱਗਾ ਵੀ ਤੂੰ ਇਸ ਤਰ੍ਹਾਂ ਕਰ, ਹੁਣ ਮੇਰੇ ਘਰ ਦੀਆਂ ਮੇਰੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੇਰੇ ਕੋਲ। ਇਹ ਜਿਹੜੇ ਨਿੱਕੇ ਨਿੱਕੇ ਬੱਚੇ ਨੇ ਆਪਣੇ ਆਲ੍ਹਣੇ ਵਿੱਚ, ਇਹ ਤੂੰ ਪਾਲਣੇ ਨੇ, ਇਹ ਤੇਰੀ ਜ਼ਿੰਮੇਵਾਰੀ ਹੈ। ਇਸ ਜ਼ਿੰਮੇਵਾਰੀ ਨੂੰ ਤੂੰ ਸਾਂਭਣਾ ਕਰ। ਇਸ ਮਾਨੂ ਹਿਤ ਅਲਪ ਆਹਾਰਾ। ਇਹ ਜਿਹੜਾ ਬੰਦਾ ਆਇਆ ਨਾ ਆਪਣੇ ਥੱਲੇ ਬੈਠਾ, ਇਹਨੂੰ ਰੋਟੀ ਦੇਣ ਵਾਸਤੇ ਮੈਂ ਇੱਕ ਛੋਟਾ ਜਿਹਾ ਯਤਨ ਸੋਚਿਆ ਹੈ ਵੀ ਇਹਨੂੰ ਥੋੜੀ ਜਿਹੀ ਖੁਰਾਕ ਆਪਾਂ ਦਈਏ। ਜੇ ਆਪਾਂ ਇਹਨੂੰ ਰਜਾ ਨਹੀਂ ਸਕਦੇ ਪ੍ਰਸ਼ਾਦੇ ਦੇ ਨਾਲ, ਤੇ ਇੰਨੀ ਕੁ ਖੁਰਾਕ ਤੇ ਦਈਏ ਨਾ ਵੀ ਕੁਝ ਸਮੇਂ ਵਾਸਤੇ ਇਹਦੀ ਭੁੱਖ ਮਿਟ ਜਾਏ। ਇਸ ਬੰਦੇ ਨੂੰ ਦੇਣ ਵਾਸਤੇ ਕੁਝ ਨਾ ਕੁਝ ਦਿਉ ਸਰੀਰ ਆਪਨ ਇਸ ਬਾਰ। ਇਹ ਜਿਹੜੀ ਅੱਗ ਬਲਦੀ ਪਈ ਹੈ ਨਾ, ਮੈਂ ਹੁਣ ਇਹਦੇ ਵਿੱਚ ਡਿੱਗਣ ਲੱਗਾ ਹਾਂ। ਕਬੂਤਰ ਨੇ ਇਹ ਗੱਲ ਕਹੀ ਹੈ, ਮੈਂ ਇਸ ਅੱਗ ਵਿੱਚ ਡਿੱਗਾਂਗਾ, ਮੇਰੇ ਖੰਭ ਜਿਹੜੇ ਅੱਗ ਵਿੱਚ ਸੜ ਜਾਣਗੇ, ਮਾਸ ਮੇਰਾ ਭੁੱਜ ਜਾਏਗਾ, ਇਹ ਵਿਚਾਰਾ ਖਾ ਲੇਗਾ, ਇਹਦੀ ਭੁੱਖ ਦੂਰ ਹੋ ਜਾਏਗੀ। ਇਹ ਮੈਨੂੰ ਹੁਣ ਕੁਰਬਾਨੀ ਕਰਨੀ ਪਵੇਗੀ ਇਸ ਬੰਦੇ ਦਾ ਭੁੱਖ ਦੂਰ ਕਰਨ ਵਾਸਤੇ। ਪਰ ਤੇਰੀ ਜ਼ਿੰਮੇਵਾਰੀ ਇਹ ਹੈ ਵੀ ਤੂੰ ਬੱਚਿਆਂ ਨੂੰ, ਇਹਨਾਂ ਨੂੰ ਨਿੱਕੇ ਨਿੱਕੇ ਬੋਟ ਨੇ ਜਿਹੜੇ, ਇਹਨਾਂ ਨੂੰ ਪਾਲ ਲਈ, ਅਤੇ ਇਹ ਜ਼ਿੰਮੇਵਾਰੀ ਤੇਰੀ ਹੈ। ਮੈਂ ਤੇ ਹੁਣ ਕੁਰਬਾਨੀ ਕਰਨ ਵਾਸਤੇ ਤਿਆਰ ਹਾਂ। ਕਹੈ ਕਪੂਤੀ ਧਰਮ ਸੋ ਮੇਰਾ। ਉਸ ਵੇਲੇ ਉਹ ਜਿਹੜੀ ਕਬੂਤਰੀ ਹੈ ਉਹਨੇ ਆਖਿਆ ਵੀ ਨਹੀਂ, ਇਸ ਤਰ੍ਹਾਂ ਨਹੀਂ ਗੱਲ ਬਣਦੀ ਹੈ, ਤੁਹਾਡੇ ਬਿਨਾ ਮੈਂ ਇਹਨਾਂ ਨਿੱਕੇ ਨਿੱਕੇ ਜਿਹੜੇ ਬੋਟ ਨੇ ਬੱਚੇ ਕਿਵੇਂ ਇਹਨਾਂ ਨੂੰ ਪਾਲ ਸਕਦੀ ਹਾਂ, ਇਹ ਜਿਹੜਾ ਮੇਰਾ ਧਰਮ ਹੈ। ਦਿਉ ਆਹਾਰ ਆਪਨ ਤਨ ਕੇਰਾ। ਮੇਰਾ ਫਰਜ਼ ਬਣਦਾ ਜਦੋਂ ਕੋਈ ਘਰ ਵਿੱਚ ਆਉਂਦਾ ਹੈ ਤੇ ਰੋਟੀ ਲਾ ਕੇ ਉਹਨੂੰ ਬੀਬੀ ਦਿੰਦੀ ਹੈ। ਇਹ ਸਾਡੇ ਘਰ ਵਿੱਚ ਆਇਆ ਹੈ ਤੇ ਮੇਰਾ ਜਿਹੜਾ ਤਨ ਹੈ ਉਹ ਮਾਦਾ ਸਰੀਰ ਹੈ, ਮੇਰਾ ਫਰਜ਼ ਬਣਦਾ ਕਿ ਇਹਨੂੰ ਮੈਂ ਦੇਵਾਂ ਭੋਜਨ ਛਕਣ ਵਾਸਤੇ। ਕਹਿਣ ਤੋਂ ਭਾਵ ਇਹ ਹੈ ਵੀ ਮੈਂ ਆਪਣਾ ਸਰੀਰ ਸੁੱਟਦੀ ਹਾਂ ਅੱਗ ਦੇ ਵਿੱਚ, ਮੈਂ ਸੜਾਂਗੀ, ਇਹ ਮੈਨੂੰ ਖਾ ਲਵੇ, ਤੇ ਤੁਸੀਂ ਨਾ ਆਪਣੀ ਕੁਰਬਾਨੀ ਦਿਓ, ਤੁਸੀਂ ਨਾ ਇਸ ਅੱਗ ਵਿੱਚ ਸੜਨਾ ਕਰੋ। ਦੋਹਰਾ ਨਾਰੀ ਨਰਕ ਸਰੀਰ ਹੈ, ਬਿਨਾ ਪੁਰਖ ਕਹਿ ਕਾਮ। ਕਹਿਣ ਲੱਗੇ ਜਿਹੜੀ ਇਸਤਰੀ ਹੈ ਉਹਦਾ ਜਿਹੜਾ ਜੀਵਨ ਹੈ ਉਹ ਬੰਦੇ ਬਿਨਾ ਬੜਾ ਅਧੂਰਾ ਹੈ। ਜੇ ਤੇ ਆਦਮੀ ਜਿਉਂਦਾ ਹੈ ਤੇ ਉਹ ਆਪਣੇ ਘਰ ਵਿੱਚ ਸਰਦਾਰਨੀ ਹੈ, ਆਪਣੇ ਸਾਰੇ ਸੁੱਖ ਲੋੜਾਂ ਪੂਰੀਆਂ ਕਰਦੀ ਹੈ। ਰੱਬ ਨਾ ਕਰੇ ਕਿਤੇ ਪਤੀ ਨੂੰ ਕੁਝ ਹੋ ਜਾਵੇ, ਦੁਰਘਟਨਾ ਵਿੱਚ ਉਹ ਚੱਲ ਵਸੇ, ਮਗਰੋਂ ਰਹਿ ਗਈ ਜਿਹੜੀ ਇਸਤਰੀ ਹੈ ਉਹਦੇ ਵਾਸਤੇ ਜੀਵਨ ਬਤੀਤ ਕਰਨਾ ਬੜਾ ਔਖਾ ਹੈ। ਦੁਨੀਆ ਦੇ ਲੋਕ ਤਾਨਾ ਮਿਹਣਾ ਕਈ ਤਰ੍ਹਾਂ ਦਾ ਦਿੰਦੇ, ਬੋਲ ਕਬੋਲ ਬੋਲਦੇ, ਕਿਸੇ ਦਾ ਮੂੰਹ ਨਹੀਂ ਫੜ ਲੈਣਾ ਹੈ। ਉਹ ਵਿਚਾਰੀ ਕਿਸੇ ਦੇ ਆਸਰੇ ਹੋ ਜਾਂਦੀ, ਅਧੀਨ ਹੋ ਜਾਂਦੀ ਹੈ। ਅਧੀਨ ਹੋਣ ਦੇ ਬਾਵਜੂਦ ਉਹਨੂੰ ਬੜਾ ਕੁਝ ਸੁਣਨਾ ਪੈਂਦਾ, ਸਹਿਣਾ ਪੈਂਦਾ ਹੈ। ਕਬੂਤਰੀ ਕਹਿ ਰਹੀ ਹੈ ਵੀ ਜੇ ਤੁਸੀਂ ਮਰ ਗਏ ਤੇ ਮੈਂ ਇਹਨਾਂ ਬੱਚਿਆਂ ਨੂੰ ਕਿਵੇਂ ਪਾਲਣਾ ਹੈ। ਇਸ ਕਰਕੇ ਜਿਹੜਾ ਮਾਦਾ ਸਰੀਰ ਹੈ ਉਹ ਨਰ ਤੋਂ ਬਿਨਾਂ ਅਧੂਰਾ ਹੈ, ਉਹਦੇ ਵਾਸਤੇ ਮਗਰੋਂ ਜ਼ਿੰਦਗੀ ਕੱਟਣੀ ਬੜੀ ਔਖੀ ਹੈ। ਇਸ ਕਰਕੇ ਇਹ ਮੇਰੇ ਵਾਸਤੇ ਤੇ ਬੜੀ ਵੱਡੀ ਬਿਪਤਾ ਵਾਲੀ ਗੱਲ ਹੈ। ਸਤ ਗਤ ਦਾਤਾ ਪੁਰਖ ਹੈ, ਅਵਰਨ ਦਾਤਾ ਰਾਮ। ਕਹਿਣ ਲੱਗੇ ਜਿਵੇਂ ਰਾਮ ਸਾਰਿਆਂ ਨੂੰ ਦਿੰਦਾ ਹੈ, ਰਾਮ ਨਾਮ ਗੁਰਮੁਖੋ ਪਰਮੇਸ਼ਰ ਦਾ ਹੈ। ਇੱਥੇ ਰਾਮ ਨਾਮ ਕਿਸੇ ਅਵਤਾਰ ਦਾ, ਕਿਸੇ ਦੇਵਤੇ ਦਾ, ਕਿਸੇ ਬੰਦੇ ਦਾ ਨਹੀਂ ਹੈ। ਇੱਥੇ ਰਾਮ ਨਾਮ ਪਰਮੇਸ਼ਰ ਦਾ ਹੈ। ਰਾਮ ਨਾਮ ਉਰ ਮੈਂ ਗਹਿਓ ਜਾ ਕੇ ਸਮ ਨਹੀਂ,
ਓਏ ਇਹ ਬਚਨ ਆਪਾਂ ਪੜ੍ਹਦੇ ਆ ਨਾ। ਰਾਮ ਦਾ ਨਾਮ ਜਿਹੜਾ ਰਾਮ ਰਮਿਆ ਹੋਇਆ, ਕਬੂਤਰੀ ਕਹਿ ਰਹੀ ਹੈ, ਕਹਿਣ ਲੱਗੀ ਵੀ ਜਿਵੇਂ ਸਾਰੇ ਸੰਸਾਰ ਦੀ ਪਾਲਣਾ ਰਾਮ ਕਰਦਾ ਹੈ, ਪਰਮੇਸ਼ਰ ਕਰਦਾ ਹੈ, ਇਸੇ ਤਰ੍ਹਾਂ ਜਿਹੜਾ ਮੇਰਾ ਫਰਜ਼ ਇਹ ਬਣਦਾ ਹੈ ਕਿ ਮੈਂ ਸਤ ਗਤ ਦਾਤਾ ਪੁਰਖ ਹੈ, ਆਪਣੇ ਪਰਿਵਾਰ ਨੂੰ ਗਤੀ ਦੇਣ ਵਾਲਾ, ਆਪਣੇ ਪਰਿਵਾਰ ਨੂੰ ਭੋਜਨ ਰਿਜ਼ਕ ਦੇਣ ਵਾਲਾ, ਇਹ ਨਰ ਸਰੀਰ ਦਾ ਕੰਮ ਹੈ। ਜਿਹੜਾ ਨਰ ਹੈ ਨਾ, ਉਹ ਆਪਣੇ ਪਰਿਵਾਰ ਦੀ ਪਾਲਣਾ ਕਰਦਾ ਹੈ, ਪਰਿਵਾਰ ਵਾਸਤੇ ਕਮਾਈ ਕਰਕੇ ਲਿਆਉਂਦਾ ਹੈ, ਬਾਹਰੋਂ ਕਮਾਈ ਕਰਕੇ ਘਰੇ ਲਿਆਉਂਦਾ ਤਾਂ ਬੱਚੇ ਪਲਦੇ। ਜਿਵੇਂ ਰਾਮ ਸੰਸਾਰ ਨੂੰ ਪਾਲਦਾ ਹੈ, ਇਸੇ ਤਰ੍ਹਾਂ ਪਤੀ ਆਪਣੇ ਪਰਿਵਾਰ ਨੂੰ ਪਾਲਦਾ, ਬੱਚਿਆਂ ਨੂੰ ਪਾਲਦਾ ਹੈ। ਇਹ ਦੁਨੀਆ ਦਾ ਦਸਤੂਰ ਹੈ। ਪੁਰਖ ਕਹਿਓ ਘਰ ਤ੍ਰਿਆ ਬਿਨ ਸੂਨਾ ਰਹੇ ਦੁਆਰ। ਜਦੋਂ ਉਸ ਇਸਤਰੀ ਨੇ, ਕਬੂਤਰੀ ਨੇ ਆਖਿਆ ਨਾ ਵੀ ਤੁਹਾਡੇ ਬਿਨਾ ਮੈਂ ਬੱਚੇ ਨਹੀਂ ਪਾਲ ਸਕਦੀ, ਔਰ ਮੇਰਾ ਫਰਜ਼ ਬਣਦਾ ਵੀ ਮੈਂ ਕੁਰਬਾਨੀ ਦੇਵਾਂ, ਮੈਂ ਸੜਾਂ ਅੱਗ ਦੇ ਵਿੱਚ ਤੇ ਇਸ ਬੰਦੇ ਦੀ ਭੁੱਖ ਦੂਰ ਕਰੀਏ। ਆਦਮੀ ਤੋਂ ਬਿਨਾ ਔਰਤ ਦੀ ਜ਼ਿੰਦਗੀ ਨਰਕ ਹੈ, ਦੁੱਖ ਵਾਲੀ ਹੈ। ਜਦੋਂ ਇਹ ਗੱਲ ਕਹੀ ਹੈ ਤੇ ਉਸ ਵੇਲੇ ਫਿਰ ਕਬੂਤਰ ਬੋਲਿਆ। ਕਬੂਤਰ ਕਹਿਣ ਲੱਗਾ ਤੂੰ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਹੈ, ਪਰ ਇਹਦੇ ਵਿੱਚ ਇੱਕ ਮੇਰੀ ਵੀ ਵਿਚਾਰ ਹੈ, ਤੂੰ ਸੁਣਨਾ ਕਰ। ਵਿਚਾਰ ਇਹ ਹੈ, ਕਹਿਣ ਲੱਗਾ ਘਰ ਭਾਵੇਂ ਕਿੰਨਾ ਵੀ ਸੋਹਣਾ ਕਿਉਂ ਨਾ ਬਣਿਆ ਹੋਵੇ, ਬੜੇ ਸੰਗਮਰਮਰ ਲੱਗੇ ਹੋਣ, ਪੱਥਰ ਲੱਗੇ ਹੋਣ, ਮਹਿੰਗੇ ਤੋਂ ਮਹਿੰਗਾ ਘਰ ਹੋਵੇ, ਪਰ ਕਹਿਣ ਲੱਗੇ ਘਰ ਕਿੰਨਾ ਵੀ ਮਹਿੰਗਾ ਕਿਉਂ ਨਾ ਹੋਵੇ, ਘਰ ਵਾਲੀ ਇਸਤਰੀ ਤੋਂ ਬਿਨਾਂ ਘਰ ਸੁੰਨਾ ਹੈ। ਭਾਵੇਂ ਘਰ ਦੇ ਵਿੱਚ ਕਿੰਨੇ ਵੀ ਮੈਂਬਰ ਰਹਿੰਦੇ ਹੋਣ, ਪਰ ਜੇ ਘਰ ਦੀ ਸਾਫ਼ ਸਫਾਈ ਦੀ ਗੱਲ ਕਰੀਏ, ਘਰ ਨੂੰ ਸਾਂਭਣ ਦੀ ਗੱਲ ਕਰੀਏ, ਤੇ ਉਹ ਘਰ ਨੂੰ ਸਾਂਭਣਾ ਉਹ ਇਸਤਰੀ ਦਾ ਹੀ ਕੰਮ ਹੈ। ਉਹਦੇ ਬਿਨਾਂ ਘਰ ਸਾਂਭਿਆ ਨਹੀਂ ਜਾ ਸਕਦਾ ਹੈ। ਜਿਨ੍ਹਾਂ ਘਰਾਂ ਵਿੱਚ ਇਸਤਰੀਆਂ ਨਹੀਂ, ਜਾਂ ਜਿਹੜੇ ਇਕੱਲੇ ਰਹਿੰਦੇ, ਉਹਨਾਂ ਦੇ ਘਰ ਵਿੱਚ ਉਹਦੇ ਮਿੱਟੀ ਘਟਾ ਤੇ ਖਲਾਰਾ ਹੀ ਨਹੀਂ ਮੁੱਕਦਾ, ਨਾ ਕੋਈ ਉਹਨਾਂ ਦੇ ਘਰ ਵਿੱਚ ਜਾਣ ਨੂੰ ਤਿਆਰ ਹੈ। ਪਤਾ ਵੀ ਇੱਥੋਂ ਕਿਹੜਾ ਕੁਝ ਮਿਲਣਾ ਹੈ, ਇਹ ਤਾਂ ਆਪ ਮਸਾ ਆਪਣਾ ਟਾਈਮ ਪਾਸ ਕਰਦੇ ਪਏ। ਸੋ ਉਹ ਬਚਨ ਕਰਦਾ ਪਿਆ, ਕਹਿਣ ਲੱਗਾ ਵੀ ਘਰ ਭਾਵੇਂ ਮਹਿੰਗਾ ਹੋਵੇ ਤੇ ਭਾਵੇਂ ਸਸਤਾ, ਭਾਵੇਂ ਵੱਡਾ ਹੋਵੇ ਤੇ ਭਾਵੇਂ ਛੋਟਾ, ਪਰ ਔਰਤ ਤੋਂ ਬਿਨਾਂ ਘਰ ਸੁੰਨਾ ਹੀ ਹੈ। ਉਹਦੇ ਵਿੱਚ ਨਾ ਕੋਈ ਰੌਣਕ ਹੁੰਦੀ ਹੈ, ਨਾ ਕੋਈ ਸਫਾਈ ਹੁੰਦੀ ਹੈ, ਨਾ ਕੋਈ ਖਾਣ ਪੀਣ ਨੂੰ ਕੁਝ ਮਿਲਦਾ ਹੈ। ਇਹ ਵੀ ਇੱਕ ਦੁਨੀਆ ਦਾ ਸੱਚ ਹੈ, ਇਹ ਮੰਨਣਾ ਪਵੇਗਾ। ਪੁਰਖ ਵਹਿ ਰਹੀ ਸੂਰਮਾ ਅੰਤਰ ਘਰ ਕੇ ਖੁਆਰ। ਉਹ ਦੱਸਦਾ ਪਿਆ, ਕਹਿਣ ਲੱਗਾ ਬੰਦਾ ਬਾਹਰ ਸੂਰਮਾ ਹੈ, ਬੰਦਾ ਬੜਿਆਂ ਨਾਲ ਬਾਹਰ ਲੜਦਾ, ਮੈਂ ਇਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ। ਦੁਨੀਆ ਨਾਲ ਬਾਹਰ ਲੜਨ ਵਾਸਤੇ, ਜੰਗ ਕਰਨ ਵਾਸਤੇ ਬੰਦਾ ਸੂਰਮਾ ਮੰਨਿਆ ਜਾਂਦਾ ਹੈ, ਪਰ ਅਸਲ ਵਿੱਚ ਹਕੀਕਤ ਇਹ ਹੈ ਕਿ ਬੰਦਾ ਬਾਹਰ ਹੀ ਸੂਰਮਾ ਹੈ। ਘਰੇ ਆ ਕੇ ਉਹ ਕਹੀਏ ਖੁਆਰ ਹੁੰਦਾ ਹੈ, ਉਹ ਘਰੇ ਆ ਕੇ ਖੱਜਲ ਖੁਆਰ, ਉਹ ਦੁਖੀ ਹੋ ਜਾਂਦਾ ਹੈ। ਭਾਵੇਂ ਉਹ ਬਾਹਰੋਂ ਕਿੰਨੀਆਂ ਵੀ ਕਮਾਈਆਂ ਕਰਨੀਆਂ ਜਾਣਦਾ ਹੈ, ਕਰ ਸਕਦਾ ਹੈ, ਪਰ ਘਰ ਸਾਂਭਣਾ ਉਹਦੇ ਵੱਸ ਦੀ ਗੱਲ ਨਹੀਂ ਹੈ। ਜਦੋਂ ਘਰੇ ਆਵੇਗਾ ਨਾ, ਕੰਧਾਂ ਵਿੱਚ ਹੀ ਵੱਜੇਗਾ, ਦੁਖੀ ਹੋਵੇਗਾ, ਉਹਨੂੰ ਪਤਾ ਨਹੀਂ ਲੱਗਣਾ ਕਿਹੜੀ ਵਸਤੂ ਕਿੱਥੇ ਪਈ ਹੈ, ਕੀ ਕਰਾਂ ਕਿਵੇਂ ਨਾ ਕਰਾਂ। ਉਹ ਦੱਸਦਾ ਪਿਆ, ਕਹਿਣ ਲੱਗਾ ਵੀ ਬੰਦਾ ਭਾਵੇਂ ਬਾਹਰ ਕਿੰਨਾ ਵੀ ਸੂਰਮਾ ਕਿਉਂ ਨਾ ਹੋਵੇ, ਕਿੰਨੀਆਂ ਵੀ ਕਮਾਈਆਂ ਕਰਨੀਆਂ, ਮਿਹਨਤਾਂ ਕਰਨੀਆਂ, ਦਿਨੇ ਰਾਤ ਜਾਗਣਾ, ਭੱਜ ਨੱਠ ਕਰਨੀ, ਭਾਵੇਂ ਜਿੰਨੀ ਮਰਜ਼ੀ ਆਉਂਦੀ ਹੋਵੇ, ਪਰ ਜਦੋਂ ਉਹ ਬੰਦਾ ਕੰਮਕਾਰ ਕਰਕੇ ਥੱਕ ਕੇ ਘਰ ਵਿੱਚ ਆਉਂਦਾ ਨਾ, ਤੇ ਘਰੇ ਆ ਕੇ ਅੱਗੋਂ ਕੋਈ ਪਾਣੀ ਪੁੱਛਣ ਵਾਲਾ ਨਹੀਂ, ਕੋਈ ਘਰ ਸਾਂਭਣ ਵਾਲਾ ਨਹੀਂ, ਤੇ ਫਿਰ ਉਹ ਆ ਕੇ ਖੁਆਰ ਹੁੰਦਾ, ਦੁਖੀ ਹੁੰਦਾ ਹੈ। ਉਹਦੀ ਜ਼ਿੰਦਗੀ ਫਿਰ ਉਦੋਂ ਵੀ ਜ਼ਿਆਦਾ ਬੱਤਰ ਹੋ ਜਾਂਦੀ ਹੈ। ਹੁਣ ਕਬੂਤਰ ਇਹ ਗੱਲ ਕਹਿ ਰਿਹਾ ਵੀ ਅੱਗ ਵਿੱਚ ਮੈਂ ਸੜਨਾ ਹੈ, ਮੈਂ ਸੜਾਂਗਾ, ਇਹਦੀ ਭੁੱਖ ਦੂਰ ਹੋਵੇਗੀ ਜਿਹੜਾ ਬੰਦਾ ਆਇਆ। ਕਬੂਤਰੀ ਨੇ ਆਖਿਆ ਜੇ ਤੁਸੀਂ ਸੜ ਗਏ ਤੇ ਮੇਰੀ ਜ਼ਿੰਦਗੀ ਕਾਹਦੀ ਹੈ, ਮੈਂ ਬੱਚਿਆਂ ਨੂੰ ਕਿਵੇਂ ਪਾਲ ਸਕਦੀ, ਰੁੱਲ ਜਾਵਾਂਗੀ। ਹੁਣ ਕਬੂਤਰੀ ਇਹ ਗੱਲ ਕਹਿ ਰਹੀ ਹੈ ਵੀ ਮੈਂ ਸੜਦੀ ਹਾਂ, ਮੇਰੇ ਸੜਨ ਕਰਕੇ ਇਹਨੂੰ ਭੋਜਨ ਮਿਲੇਗਾ, ਪਰ ਤੁਸੀਂ ਇਹਨਾਂ ਬੱਚਿਆਂ ਨੂੰ ਪਾਲ ਸਕਦੇ ਹੋ। ਕਬੂਤਰ ਦਾ ਜਵਾਬ ਇਹ ਹੈ ਵੀ ਬੰਦਾ ਭਾਵੇਂ ਕਿੰਨਾ ਵੀ ਖੱਟੀ ਕਮਾਈ ਕਰਨ ਵਾਲਾ, ਮਿਹਨਤ ਕਰਨ ਵਾਲਾ ਕਿਉਂ ਨਾ ਹੋਵੇ, ਪਰ ਘਰ ਜਿਹੜਾ ਹੈ ਉਹ ਔਰਤ ਦੇ ਨਾਲ, ਜਨਾਨੀ ਨਾਲ ਹੀ ਸ਼ੋਭਾ ਪਾਉਂਦਾ ਹੈ। ਇਸ ਤਰ੍ਹਾਂ ਆਪਸ ਵਿੱਚ ਵਿਚਾਰਾਂ ਕਰਦੇ ਹਨ। ਚੌਪਈ ਸੁਨੋ ਨੀਂਗਰਾ ਪਤ ਬਚ ਹੋਤੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹ ਇੱਕ ਕਹਾਣੀ ਸੁਣਾਉਂਦੇ ਪਏ ਸਾਨੂੰ ਸਮਝਾਉਣ ਵਾਸਤੇ। ਜ਼ਰੂਰੀ ਨਹੀਂ ਹੈ ਵੀ ਸਭ ਕੁਝ ਇਸੇ ਤਰ੍ਹਾਂ ਹੀ ਹੈ, ਕੁਝ ਗੱਲਾਂ ਸਮਝਾਉਣ ਵਾਸਤੇ ਹੁੰਦੀਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਕਿ ਭਾਈ ਸਿੱਖਾ, ਉਸ ਸਿੱਖ ਦਾ ਨਾਮ ਭਾਈ ਆਨੰਦ ਸਿੰਘ ਹੈ। ਸਤਿਗੁਰੂ ਕਹਿਣ ਲੱਗੇ ਭਾਈ ਆਨੰਦ ਸਿੰਘ, ਇਹ ਸਾਖੀ ਤੈਨੂੰ ਸਮਝਾਈ ਹੈ ਵੀ ਗ੍ਰਸਤੀ ਬੰਦੇ ਦਾ ਕੀ ਫਰਜ਼ ਹੋਇਆ ਕਰਦਾ। ਉਹਨੇ ਪੁੱਛਿਆ ਸੀ ਨਾ ਮਹਾਰਾਜ, ਸਾਧੂ ਬਣਾ ਕਿ ਗ੍ਰਸਤੀ ਬਣਾ। ਸਤਿਗੁਰੂ ਕਹਿਣ ਲੱਗੇ ਜੇ ਸਾਧੂ ਬਣਨਾ ਹੈ ਤੇ ਸਾਧੂ ਇਸ ਤਰ੍ਹਾਂ ਦਾ ਬਣਨਾ ਹੈ ਵੀ ਜੇ ਰਿਜ਼ਕ ਮਿਲ ਗਿਆ ਤੇ ਛਕ ਲਿਆ,
ਨਹੀਂ ਮਿਲਿਆ ਤੇ ਕਿਸੇ ਨੂੰ ਮਿਹਣਾ ਨਹੀਂ ਦੇਣਾ, ਕਿਸੇ ਨੂੰ ਨਹੀਂ ਕਹਿਣਾ ਵੀ ਫਲਾਣੇ ਨੇ ਮੇਰੀ ਰੋਜੀ ਰੋਟੀ ਰੋਕ ਲਈ ਹੈ। ਫਿਰ ਇਹ ਗੱਲ ਕਹਿਣੀ ਹੈ ਕਿ ਮੇਰੇ ਕਰਮਾਂ ਵਿੱਚ ਨਹੀਂ ਲਿਖਿਆ ਤੇ ਰੱਬ ਨੇ ਮੈਨੂੰ ਨਹੀਂ ਦਿੱਤਾ ਹੈ, ਰੱਬ ਨੂੰ ਵੀ ਦੋਸ਼ ਨਹੀਂ ਦੇਣਾ। ਗੁਰਬਾਣੀ ਦੇ ਵਿੱਚ ਵੀ ਇਹ ਥਾਵਾਂ ਥਾਵਾਂ ਤੇ ਬਚਨ ਆਉਂਦਾ ਵੀ ਪ੍ਰਮਾਤਮਾ ਨੂੰ ਕਦੇ ਦੋਸ਼ ਨਾ ਦਿਆ ਕਰ ਜੇ ਉਹਨੂੰ ਮਿਲਣਾ ਚਾਹੁੰਦਾ। ਇਹ ਪਹਿਲਾ ਬਚਨ ਹੈ। ਹੁਣ ਦੂਜਾ ਬਚਨ ਇਹ ਹੈ ਵੀ ਜੇ ਤੂੰ ਗ੍ਰਸਤੀ ਬਣਨਾ ਚਾਹੁੰਦਾ ਹੈ ਤੇ ਗ੍ਰਸਤੀ ਦਾ ਕੰਮ ਕੀ ਹੈ, ਫਿਰ ਲੋੜਵੰਦ ਦੀ ਮਦਦ ਕਰਨੀ। ਕਬੀਰ ਸਾਹਿਬ ਜੀ ਕਹਿਣ ਲੱਗੇ, ਕਬੀਰ ਗਿਰੋਹ ਕਰੇ ਤਾਂ ਘਰ ਕਰ, ਨਾਹੀਂ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਉਪਾਲ। ਕਬੀਰ ਸਾਹਿਬ ਜੀ ਕਹਿਣ ਲੱਗੇ ਵੀ ਜੇ ਗ੍ਰਸਤੀ ਬਣਨਾ ਹੈ ਤੇ ਗ੍ਰਸਤੀ ਰਹਿੰਦਿਆਂ ਵੈਰਾਗ ਧਾਰਨ ਕਰਕੇ ਆਏ ਗਏ ਦੀ ਸੇਵਾ ਕਰਨੀ। ਪਰ ਜੇ ਬੰਦਾ ਸਾਧੂ ਬਣ ਜਾਵੇ ਤੇ ਸਾਧੂ ਬਣ ਕੇ ਸਗੋਂ ਜੰਜਾਲਾਂ ਵਿੱਚ ਬੰਧਨਾਂ ਵਿੱਚ ਪੈ ਜਾਵੇ, ਉਸ ਦੇ ਫਿਰ ਵੱਡੇ ਭਾਰੀ ਮਾੜੇ ਭਾਗ ਕਹਿ ਜਾਣਗੇ ਵੀ ਉਹ ਮਾੜੇ ਭਾਗਾਂ ਵਾਲਾ ਹੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ, ਕਹਿੰਦੇ ਆ ਭਾਈ ਨੀਗਰਾ ਐ ਸਿੱਖ ਬੱਚੇ ਸੁਣ। ਉਹ ਕਬੂਤਰ ਤੇ ਕਬੂਤਰੀ ਆਪਸ ਵਿੱਚ ਇਹ ਸਲਾਹਾਂ ਕਰਦੇ ਪਏ, ਅੱਗ ਬਾਲ ਕੇ ਅਸੀਂ ਇਹਦੀ ਅੱਗ ਦੇ ਨਾਲ ਠੰਡ ਦੂਰ ਕਰ ਦਿੱਤੀ ਹੈ, ਅੱਗ ਦੇ ਨਾਲ ਇਹਦਾ ਡਰ ਵੀ ਦੂਰ ਕਰ ਦਿੱਤਾ ਹੈ। ਦੋ ਕੰਮ ਤੇ ਇਹਦੇ ਅਸੀਂ ਕਰ ਦਿੱਤੇ। ਹੁਣ ਤੀਜਾ ਕੰਮ ਬਾਕੀ ਹੈ ਵੀ ਇਹਨੂੰ ਭੁੱਖ ਲੱਗੀ ਹੈ, ਇਹਨੂੰ ਖੁਰਾਕ ਦਈਏ। ਸਾਡੀ ਚੁੰਝ ਛੋਟੀ ਜੀ ਹੈ, ਸਾਡੇ ਇੱਕ ਦਾਣੇ ਦੋ ਦਾਣਿਆਂ ਨਾਲ ਇਹਦਾ ਬੰਨਾ ਕੁਝ ਨਹੀਂ ਹੈ। ਆਪਾਂ ਤੇ ਇਹ ਕਰ ਸਕਦੇ ਹਾਂ ਵੀ ਇਸ ਅੱਗ ਵਿੱਚ ਆਪਣੇ ਆਪ ਨੂੰ ਸਾੜ ਦਈਏ, ਸਾਨੂੰ ਸੜੇ ਦਾ ਮਾਸ ਇਹ ਖਾ ਲਵੇਗਾ ਤੇ ਇਹਦਾ ਕੁਝ ਨਾ ਕੁਝ ਭੁੱਖ ਦੂਰ ਹੋਵੇਗੀ, ਉਹਨੇ ਚਿਰ ਨੂੰ ਦਿਨ ਚੜ੍ਹੇਗਾ ਤੇ ਫਿਰ ਇਹ ਆਪਣੀ ਮੰਜ਼ਿਲ ਤੇ ਚਲਾ ਜਾਏਗਾ। ਹੁਣ ਜਦੋਂ ਸੜਨ ਦੀ ਗੱਲ ਆਈ ਹੈ, ਕਬੂਤਰ ਆਖਦਾ ਵੀ ਮੈਂ ਕੁਰਬਾਨੀ ਕਰਦਾ, ਮੈਂ ਸੜਦਾ। ਕਬੂਤਰੀ ਕਹਿ ਰਹੀ ਹੈ ਮੈਂ ਕੁਰਬਾਨੀ ਕਰਕੇ ਸੜਦੀ ਹਾਂ। ਹੁਣ ਇਹਨਾਂ ਦੋਨਾਂ ਵਿੱਚੋਂ ਕਿਹੜਾ ਕੁਰਬਾਨੀ ਕਰਦਾ ਹੈ, ਕਿਵੇਂ ਕੁਰਬਾਨੀ ਕਰਦੇ, ਉਹਦੀ ਪਾਲਣਾ ਕਿਵੇਂ ਹੁੰਦੀ ਹੈ, ਅੱਗੇ ਕੀ ਕੌਤਕ ਵਰਤਾਉਣਗੇ ਮਹਾਰਾਜ ਇਸ ਸਾਖੀ ਦੇ ਦੁਆਰਾ। ਇਹ ਰਹਿੰਦੀ ਹੋਈ ਸਾਖੀ ਆਪਾਂ ਕੱਲ੍ਹ ਨੂੰ ਅੱਗੇ ਫਿਰ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ, ਲੇਖਾ ਕਤਹਿ ਨਾ ਛੂਟੀਐ। ਬਖਸ਼ਨ ਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਤਨਾਮ। ਸ੍ਰੀ ਵਾਹਿਗੁਰੂ।